श्री वाहिगुरु साहिब जी चौपाई। वैसे एक दिवस उद्याना मैं कह गयो संग मरदाना। पर बंदना बेदैस समीपा तब बोले बेदी कुल दीपा। चौपाई वैसे एक दिवस उद्याना वाहिगुरु जी का खालसा वाहिगुरु जी की फतेह। सतगुरु जी की साजी नवाजी। गुरु रूप गुरु खालसा साध संगत जी। जुगो जुग अटल गुरता गद्दी ते शुभाएमान। लोक परलोक दे रखियक दसां पातशाहियां दी आत्मक जोत पातत पावन भगत वशल किरपा दे खजाने सतगुरु। धन धन साहिब श्री गुरु ग्रंथ साहिब महाराज सच्चे पातशाह जी की पावन पवित्र छत्र छाया दे हेठ संध्या के समय सजे हुए दीवाना विच गुरुद्वारा शहीद बाबा निहाल सिंह जी नगर तलन विखे बड़े प्यार आदर सत्कार के सहित जुड़ बैठे हो। बहुत वड्डियां भागां दे नाल संध्या के दीवान दे विच आप जी ने रबी बाणी दे धुरकी बाणी दे शब्द कीर्तन कीर्तनी जथे पासों सरवण कीते। उपरंत ग्रंथी सिंह जी दे राही नितनेम की बाणी रहराज साहब जी के पाठ सरवण कीते हैं। हुण सतगुरु जी के चरणों विच निता प्रति जाहर पीर जगतगुर बाबा सतगुरु नानक देव जी का जीवन का जो लड़ीवार इतिहास चल रहा है, गुरु किरपा द्वारा आप रल मिल के निता प्रति विचार करते हाँ। लड़ीवार रूप दे विच कथा दे विच बड़े प्यार सत्कार के सहित हाज़री लवाइए ताकि साडा समा अते कीमती सवास ये लेखे विच लगन, इन्हां दी असल कीमत पवे। सतगुरु नानक देव महाराज सच्चे पातशाह जी ਜਿਹੜੇ साध संगत जी भगत वशल ਹਨ, दीनां ਦੇ ਬੰਧੂ ਹਨ, ਗਰੀਬਾਂ ਦੇ ਨਾਲ ਰਿਸ਼ਤਾ ਨਾਤਾ ਰੱਖਣ ਵਾਲੇ। ਜਦੋਂ ਵੀ ਕੋਈ ਨਿਮਾਣਾ ਹੋ ਕੇ ਨਿਤਾਣਾ ਹੋ ਕੇ ਗਰੀਬ ਬਣ ਕੇ ਮਨ ਦੀ ਗਰੀਬੀ ਧਾਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਚੇਤੇ ਕਰਦਾ ਹੈ ਤੇ ਗੁਰੂ ਨਾਨਕ ਦੇ ਘਰ ਦਾ ਬਿਰਧ ਹੈ, ਸਤਿਗੁਰੂ ਸਾਹਿਬ ਜੀ ਉਹਦੀ ਭਾਵਨਾ ਜ਼ਰੂਰ ਪੂਰੀ ਕਰਦੇ ਹਨ। ਜਿਸ ਨੇ ਵੀ ਸਤਿਗੁਰੂ ਦੇ ਦਰ ਦੇ ਉੱਤੇ ਭਾਵਨਾ ਧਾਰ ਕੇ ਅਰਦਾਸ ਕੀਤੀ, ਉੱਥੇ ਫਿਰ ਸਾਧ ਸੰਗਤ ਜੀ ਪੈਂਡਾ ਜਿਹੜਾ ਉਹ ਕੋਈ ਮਾਇਨੇ ਨਹੀਂ ਰੱਖਦਾ। ਕੋਈ ਸੈਂਕੜੇ ਮੀਲ, ਹਜ਼ਾਰ ਮੀਲ, ਲੱਖਾਂ ਮੀਲ ਦਾ ਜਿਹੜਾ ਸਫ਼ਰ ਹੈ ਉਹ ਕੋਈ ਮਾਇਨੇ ਨਹੀਂ ਰੱਖਦਾ। ਜਿੱਥੇ ਜਿੱਥੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕੋਈ ਭਾਵਨਾ ਨਾਲ ਯਾਦ ਕਰਦਾ, ਜਹ ਜਹ ਪੇਖੋ ਤਹ ਹਜੂਰ ਦੂਰ ਕਤ ਹੈ ਨਾ ਜਾਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਰਬ ਜਗ੍ਹਾ ਦੇ ਉੱਤੇ ਵਿਆਪਕ ਹਨ। ਜਿੱਥੇ ਕੋਈ ਭਾਵਨਾ ਨਾਲ ਚੇਤੇ ਕਰੇ ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਦੇ ਪ੍ਰੇਮ ਨੂੰ ਪਰਖ ਕੇ ਜਗਿਆਸੂ ਨੂੰ ਜਾ ਕੇ ਦਰਸ਼ਨ ਦਿੰਦੇ ਹਨ। ਸਤਿਗੁਰੂ ਸਾਹਿਬ ਜੀ ਦਾ ਸਿੱਖ ਭਾਈ ਮਨਸੁਖ ਸੰਗਲਾ ਦੀਪ ਦੇ ਵਿੱਚ ਵਪਾਰ ਕਰਨ ਦੇ ਲਈ ਸਮੁੰਦਰੀ ਜਹਾਜ਼ ਦੇ ਰਾਹੀਂ ਗਿਆ ਹੈ। ਇਹਦਾ ਜਹਾਜ਼ ਕਿਸੇ ਵਿਪਤਾ ਦੇ ਵਿੱਚ, ਰੁਕਾਵਟ ਦੇ ਵਿੱਚ, ਸਮੁੰਦਰ ਵਿੱਚ ਫਸਿਆ। ਇਹਨੇ ਅਰਦਾਸ ਬੇਨਤੀ ਕੀਤੀ, ਗੁਰੂ ਮਹਾਰਾਜ ਨੇ ਸਹਾਇਤਾ ਕੀਤੀ, ਸਭ ਥਾਈਂ ਹੋਏ ਸਹਾਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਹਾਜ਼ ਬੰਨੇ ਲਾਇਆ। ਉਪਰੰਤ ਇਹ ਸੰਗਲਾ ਦੀਪ ਦੇ ਵਿੱਚ ਇੱਕ ਵੱਡੇ ਸ਼ਹਿਰ ਵਿੱਚ ਜਾ ਕੇ ਟਿਕਾਣਾ ਕੀਤਾ, ਜਿੱਥੇ ਇਹ ਸੰਗਲਾ ਦੀਪ ਦੀ ਰਾਜਧਾਨੀ ਹੈ। ਗੁਰੂ ਕੇ ਸਿੱਖ ਨੇ ਆਪਣੇ ਨਿੱਤਾ ਪ੍ਰਤੀ ਦੇ ਕਰਮ ਦੇ ਮੁਤਾਬਕ ਅੰਮ੍ਰਿਤ ਵੇਲੇ ਇਸ਼ਨਾਨ ਕਰਨਾ, ਨਿਤਨੇਮ ਸਿਮਰਨ ਕਰਨਾ, ਗੁਰੂ ਕੀ ਬਾਣੀ ਦੇ ਸ਼ਬਦਾਂ ਦਾ ਗਾਇਨ ਕਰਨਾ, ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਸਤਿਗੁਰੂ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਜਾਣਦਿਆਂ ਅਰਦਾਸ ਬੇਨਤੀ ਕਰਕੇ ਭੋਗ ਲਵਾਉਣਾ।
ਨਾਲ ਦੇ ਜਿਹੜੇ ਨੌਕਰ ਚਾਕਰ ਹਨ ਉਹਨਾਂ ਨੂੰ ਵਰਤਾ ਕੇ ਫਿਰ ਬਾਅਦ ਵਿੱਚ ਆਪ ਛਕਣਾ। ਇਸ ਸ਼ਹਿਰ ਦੇ ਵਿੱਚ ਰਾਜਾ ਸ਼ਿਵਨਾਭ ਜਿਹੜਾ ਰਾਜ ਕਰਦਾ ਹੈ, ਸੰਗਲਾਦੀਪ ਦਾ ਰਾਜਾ ਹੈ, ਇਹ ਸ਼ਹਿਰ ਦੇ ਵਿੱਚ ਰਹਿੰਦਾ ਅਤੇ ਉਹਦਾ ਨਿਯਮ ਹੈ ਕਿ ਇਕਾਦਸ਼ੀ ਵਾਲੇ ਦਿਨ ਵਰਤ ਰੱਖਦਾ ਅਤੇ ਸਾਰੀ ਪ੍ਰਜਾ ਨੂੰ ਵੀ ਆਗਿਆ ਕੀਤੀ ਹੋਈ ਹੈ ਕੋਈ ਵੀ ਇਸ ਦਿਨ ਅੰਨ ਜਲ ਗ੍ਰਹਿਣ ਨਹੀਂ ਕਰਦਾ। ਸੂਰਜ ਚੜ੍ਹੇ ਤੋਂ ਨਹਾਉਂਦੇ ਆ, ਸੂਰਜ ਨੂੰ ਪਾਣੀ ਅਰਪਦੇ ਆ, ਸਾਲਗ੍ਰਾਮ ਦੀ ਪੂਜਾ ਕਰਦੇ ਆ, ਤੁਲਸੀ ਦੇ ਪੱਤੇ ਪਾ ਕੇ ਗੜਵੀ ਦੇ ਵਿੱਚ ਪਾਣੀ ਪਾ ਕੇ ਸਾਲਗ੍ਰਾਮ ਦੇ ਉੱਤੇ ਚੜ੍ਹਾਉਂਦੇ ਹਨ। ਜਦੋਂ ਨਗਰ ਦੇ ਲੋਕਾਂ ਨੇ ਦੇਖਿਆ ਕਿ ਗੁਰੂ ਕਾ ਸਿੱਖ ਇਹਦੀ ਉਲਟੀ ਰੀਤੀ ਹੈ, ਸਾਡੇ ਨਾਲੋਂ ਰਾਜੇ ਕੋਲ ਜਾ ਸ਼ਿਕਾਇਤ ਕੀਤੀ। ਗੁਰੂ ਕਾ ਸਿੱਖ ਰਾਜੇ ਕੋਲ ਅਦਬ ਸਤਿਕਾਰ ਦੇ ਸਹਿਤ ਪਹੁੰਚਿਆ। ਰਾਜੇ ਨੇ ਕਿਹਾ ਬਈ ਤੂੰ ਆ ਕਿਹੜੀ ਉਲਟੀ ਰੀਤੀ ਫੜੀ ਹੈ, ਜਿਸ ਤਰ੍ਹਾਂ ਅਸੀਂ ਕਰਮ ਧਰਮ ਕਰਦੇ ਹਾਂ ਉਸੇ ਤਰ੍ਹਾਂ ਤੈਨੂੰ ਕਰਨਾ ਚਾਹੀਦਾ। ਕਿਹੜਾ ਤੇਰਾ ਗੁਰੂ ਆ ਜਿਹਨੇ ਤੈਨੂੰ ਇਹ ਪੁੱਠੀ ਮੱਤ ਦੇ ਦਿੱਤੀ ਆ? ਤੂੰ ਸੂਰਜ ਨੂੰ ਪਾਣੀ ਨਹੀਂ ਦਿੰਦਾ, ਦਿਨ ਚੜ੍ਹੇ ਨਹਾਉਂਦਾ ਨਹੀਂ ਹੈ, ਵਰਤ ਨਹੀਂ ਰੱਖਦਾ, ਭੋਜਨ ਪ੍ਰਸ਼ਾਦਾ ਬਣਾ ਕੇ ਛਕਦੇ ਹੋ, ਕੜਾਹ ਪ੍ਰਸ਼ਾਦ ਬਣਾ ਕੇ ਛਕਦੇ ਹੋ। ਤੋ ਗੁਰੂ ਕੇ ਸਿੱਖ ਨੇ ਸਾਰੀ ਗੁਰੂ ਘਰ ਦੀ ਮਰਿਆਦਾ ਦੱਸੀ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਦੀ ਦਰ ਦੀ ਮਹਿਮਾ ਨੂੰ ਸੁਣ ਕੇ ਇਹ ਰਾਜਾ ਸ਼ਿਵਨਾਭ ਵੀ ਗੁਰੂ ਕਾ ਸਿੱਖ ਮਨੋਮਨੀ ਬਣ ਗਿਆ। ਦੇਖੋ ਹਾਲੇ ਦਰਸ਼ਨ ਨਹੀਂ ਕੀਤੇ ਹਨ, ਪਰ ਸਾਧ ਸੰਗਤ ਜੀ ਗੁਰੂ ਕੀ ਬਾਣੀ ਦੀ ਮਹਿਮਾ ਗੁਰਸਿੱਖ ਦੇ ਮੁਖੋਂ ਸੁਣ ਕੇ, ਗੁਰੂ ਕਾ ਜੀਵਨ ਵਰਤਾਂਤ ਗੁਰੂ ਕੇ ਸਿੱਖ ਭਾਈ ਮਨਸੁਖ ਸ਼ਾਹ ਦੇ ਮੁਖੋਂ ਸੁਣ ਕੇ ਇਹ ਰਾਜਾ ਸ਼ਿਵਨਾਭ ਜਿਹੜਾ ਸਿੱਖਾਂ ਦੇ ਘਰੇ ਨਹੀਂ ਜੰਮਿਆ ਹੋਇਆ, ਹੋਰ ਦੇਸ਼ ਦੇ ਵਿੱਚ ਰਹਿੰਦਾ, ਫਿਰ ਵੀ ਉਹ ਗੁਰੂ ਕਾ ਸਿੱਖ ਬਣ ਗਿਆ। ਅਤੇ ਅਸੀਂ ਸਿੱਖਾਂ ਦੇ ਘਰਾਂ ਵਿੱਚ ਜੰਮੇ ਆ, ਸਾਡੇ ਨਾਂ ਦੇ ਨਾਲ ਕੌਰ ਵੀ ਲੱਗਦਾ, ਬੀਬੀਆਂ ਦੇ ਭਾਈਆਂ ਦੇ ਸਿੰਘ ਵੀ ਲੱਗਦਾ, ਪਰ ਅਸੀਂ ਗੁਰੂ ਕੀ ਬਾਣੀ ਨੂੰ ਆਪ ਵੀ ਨਹੀਂ ਪੜ੍ਹਿਆ ਅਤੇ ਕਿਸੇ ਤੋਂ ਸੁਣ ਕੇ ਵੀ ਨਹੀਂ ਮੰਨਿਆ। ਸਾਡੇ ਮਨ ਵਿੱਚ ਉਹ ਰਾਜੇ ਸ਼ਿਵਨਾਭ ਵਰਗੀ ਸ਼ਰਧਾ ਹੀ ਨਹੀਂ ਪੈਦਾ ਹੋ ਸਕੀ। ਇਹਦਾ ਕਾਰਨ ਕੀ ਆ? ਕਿਉਂਕਿ ਸਾਡੇ ਮਨ ਜਿਹੜੇ ਆ ਉਹ ਗੁਰਬਾਣੀ ਵਾਲੇ ਪਾਸੇ, ਗੁਰੂ ਦੇ ਉੱਤੇ ਸ਼ਰਧਾ ਭਾਵਨਾ ਵਾਲੇ ਪਾਸੇ ਲੱਗੇ ਹੀ ਨਹੀਂ ਹੋਏ। ਕਹਾਉਣ ਨੂੰ ਅਸੀਂ ਸਿੱਖ ਵੀ ਕਹਾਉਂਦੇ ਹਾਂ, ਦਿਖਾਵਾ ਅਸੀਂ ਧਰਮੀ ਹੋਣ ਦਾ ਵੀ ਕਰਦੇ ਹਾਂ, ਪਰ ਧਰਮ ਕਰਮ ਜਿਹੜਾ ਉਹ ਸਾਡੇ ਤੋਂ ਕੋਹਾਂ ਦੂਰ ਹੈ। ਇਹ ਰਾਜਾ ਸ਼ਿਵਨਾਭ ਵੱਡਿਆਂ ਭਾਗਾਂ ਵਾਲਾ ਗੁਰੂ ਕੇ ਸਿੱਖ ਤੋਂ ਗੁਰਬਾਣੀ ਦੇ ਸ਼ਬਦ ਬਾਰ-ਬਾਰ ਸੁਣਦਾ, ਸੁਣ ਕੇ ਨੇ ਲਿਖ ਲਏ, ਲਿਖ ਕੇ ਕੰਠ ਵੀ ਕਰ ਲਏ। ਜਿਵੇਂ ਗੁਰੂ ਕਾ ਸਿੱਖ ਗੁਰੂ ਕੀ ਬਾਣੀ ਪੜ੍ਹਦਾ ਭਾਈ ਮਨਸੁਖ ਸ਼ਾਹ, ਰਾਜਾ ਸ਼ਿਵਨਾਭ ਵੀ ਗੁਰੂ ਕਾ ਪ੍ਰੇਮੀ ਬਣ ਕੇ ਨਿੱਤਾ ਪ੍ਰਤੀ ਗੁਰਬਾਣੀ ਦੇ ਸ਼ਬਦਾਂ ਦਾ ਜਾਪ ਕਰਦਾ ਹੈ। ਰੋਜ਼ਾਨਾ ਮਨਸੁਖ ਸ਼ਾਹ ਨੂੰ ਕੋਲ ਬੁਲਾਉਂਦਾ ਹੈ। ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ ਦੋ, ਜਦੋਂ ਭਾਵਨਾ ਵਾਲੇ ਸਿੱਖ ਸਿੱਖਿਆ ਪ੍ਰਾਪਤ ਕਰਨ ਵਾਲੇ ਜੁੜ ਜਾਣ ਨਾ, ਗੁਰਮਤਿ ਦੀ ਵਿਚਾਰ ਕਰਨ, ਰੱਬ ਦੇ ਘਰ ਦੀ ਵਿਚਾਰ ਕਰਨ, ਅਤੇ ਉਹਨੂੰ ਫਿਰ ਸਾਧ ਸੰਗਤ ਜੀ ਭਾਈ ਗੁਰਦਾਸ ਜੀ ਨੇ ਸਾਧ ਸੰਗਤ ਦਾ ਨਾਮ ਦਿੱਤਾ। ਸਾਧ ਸੰਗਤ ਕੋਈ ਬਹੁਤੇ ਵੱਡੇ ਇਕੱਠ ਦਾ ਨਾਂ ਨਹੀਂ ਹੈ, ਇਕੱਠਾਂ ਦਾ ਨਾਮ ਸਾਧ ਸੰਗਤ ਨਹੀਂ ਹੈ। ਸਤ ਸੰਗਤ ਕੈਸੀ ਜਾਣੀਆ ਜਿੱਥੇ ਇੱਕੋ ਨਾਮ ਵਖਾਣੀਆ। ਸਤ ਸੰਗਤ ਉਹ ਹੈ ਭਾਈ ਜਿੱਥੇ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਵਿਚਾਰ ਹੋਵੇ। ਉਹ ਚਾਹੇ ਦੋ ਸਿੱਖ ਆਪਸ ਵਿੱਚ ਰਲ ਕੇ ਕਰ ਲੈਣ ਅਤੇ ਚਾਹੇ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਹੋਣ, ਨਹੀਂ ਤਾਂ ਇਕੱਠ ਤਾਂ ਰੇਲਵੇ ਸਟੇਸ਼ਨਾਂ 'ਤੇ ਬਹੁਤ ਹੁੰਦਾ, ਏਅਰਪੋਰਟ ਦੇ ਉੱਤੇ ਬਹੁਤ ਹੁੰਦਾ, ਸਿਨੇਮਿਆਂ ਵਿੱਚ ਬਹੁਤ ਹੁੰਦਾ, ਹੋਰ ਆ ਲੀਡਰਾਂ ਦੀਆਂ ਰੈਲੀਆਂ ਦੇ ਵਿੱਚ ਇਕੱਠ ਬਹੁਤ ਹੁੰਦਾ। ਉਹਨੂੰ ਆਪਾਂ ਸਾਧ ਸੰਗਤ ਤਾਂ ਨਹੀਂ ਕਹਿੰਦੇ ਨਾ। ਸਾਧ ਸੰਗਤ ਜਾਂ ਸਤ ਸੰਗਤ ਤਾਂ ਉਹ ਹੈ ਜਿੱਥੇ ਸਤ ਦੀ ਵਿਚਾਰ ਕੀਤੀ ਜਾਵੇ। ਸੋ ਰਾਜਾ ਗੁਰੂ ਕੇ ਸਿੱਖ ਨੂੰ ਕੋਲ ਬਿਠਾ ਲੈਂਦਾ, ਬੜੇ ਪ੍ਰੇਮ ਦੇ ਨਾਲ ਗੁਰੂ ਕੇ ਭਜਨ ਸੁਣਦਾ। ਮਨ ਵਿੱਚ ਭਾਵਨਾ ਪੈਦਾ ਹੋ ਗਈ ਕਿ ਮੈਂ ਵੀ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਆਪਣੇ ਜਨਮ ਨੂੰ ਸਫਲਾ ਕਰ ਲਵਾਂ। ਭਾਵਨਾ ਦੇ ਸਹਿਤ ਗੁਰੂ ਕੇ ਸਿੱਖ ਨੂੰ ਕਹਿੰਦਾ ਬਈ ਮੈਂ ਸਤਿਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨੇ ਚਾਹੁੰਦਾ, ਮੈਨੂੰ ਉਹਨਾਂ ਦਾ ਚਿਹਨ ਚੱਕਰ ਦੱਸ ਕਿ ਉਹ ਕਿੱਥੋਂ ਦੇ ਰਹਿਣ ਵਾਲੇ ਆ, ਕੀ ਉਹਨਾਂ ਦੀ ਜਾਤ ਹੈ, ਕੀ ਉਹਨਾਂ ਦਾ ਗੋਤ ਹੈ। ਤੋ ਗੁਰੂ ਕੇ ਸਿੱਖ ਨੇ ਦੱਸਿਆ ਕਿ ਰਾਜਾ ਸ਼ਿਵਨਾਭ ਜੀ ਉਹ ਬੇਦੀ ਕੁਲ ਦੇ ਵਿੱਚ ਖੱਤਰੀਆਂ ਦੀ ਜਾਤੀ ਵਿੱਚ ਪੈਦਾ ਹੋਏ ਹੈ, ਪਰ ਉਹ ਕਿਸੇ ਜਾਤ ਪਾਤ ਨੂੰ ਨਹੀਂ ਮੰਨਦੇ।
ਥੋੜ੍ਹਾ ਸਮਾਂ ਉਹਨਾਂ ਨੇ ਮੋਦੀਖਾਨੇ ਦੀ ਕਿਰਤ ਵੀ ਕੀਤੀ ਹੈ, ਪਰ ਬਾਅਦ ਵਿੱਚ ਸਭ ਕੁਝ ਨੂੰ ਤਿਆਗ ਕੇ ਉਪਰਾਮ ਹੋ ਗਏ ਆ। ਤਿਆਗੀ ਵਿਰਾਗੀ ਬਿਰਤੀ ਧਾਰਨ ਕੀਤੀ ਹੈ ਅਤੇ ਹੁਣ ਜਗਤ ਜਲੰਦੇ ਨੂੰ ਤਾਰਨ ਦੇ ਲਈ ਵੱਖ-ਵੱਖ ਜਗ੍ਹਾ 'ਤੇ ਉੱਤੇ ਜਾਂਦੇ ਆ। ਇਸ ਵੇਲੇ ਨਨਕਾਣਾ ਸਾਹਿਬ ਰਾਏ ਭੋਜ ਦੀ ਤਲਵੰਡੀ ਵਿਖੇ ਵਿਰਾਜਦੇ। ਰਾਜਾ ਕਹਿਣ ਲੱਗਾ ਬਈ ਮੈਂ ਆਪਣਾ ਰਾਜ ਭਾਗ ਤਿਆਗਿਆ, ਸਭ ਕੁਝ ਵਜ਼ੀਰਾਂ ਨੂੰ ਸੰਭਾਲ ਕੇ ਗੁਰੂ ਕੇ ਸਿੱਖਾਂ ਮੈਂ ਤੇਰੇ ਨਾਲ ਹੀ ਚੱਲਣਾ ਹੈ। ਐਸੇ ਸਤਿਗੁਰੂ ਦੇ ਦਰਸ਼ਨ ਕਰਕੇ ਮੈਂ ਵੀ ਉਪਦੇਸ਼ ਲੈ ਕੇ ਆਪਣਾ ਜਨਮ ਸਫਲਾ ਕਰਨਾ ਚਾਹੁੰਦਾ। ਤੋ ਭਾਈ ਮਾਨਸੁਖ ਸ਼ਾਹ ਕਹਿਣ ਲੱਗਾ ਕਿ ਰਾਜਾ ਸਾਹਿਬ ਤੁਹਾਨੂੰ ਐਸਾ ਨਹੀਂ ਕਰਨਾ ਬਣਾਉਂਦਾ, ਰਾਜ ਭਾਗ ਨੂੰ ਨਾ ਤਿਆਗੋ, ਆਪਣੀਆਂ ਜ਼ਿੰਮੇਵਾਰੀਆਂ ਤੋਂ ਨਾ ਭੱਜੋ। ਜੇ ਤੁਸੀਂ ਆਪਣੇ ਘਰ ਗ੍ਰਸਤ ਰਾਜ ਭਾਗ ਵਿੱਚ ਰਹਿੰਦੇ ਹੋਏ ਵੀ ਸਤਿਗੁਰੂ ਪਾਤਸ਼ਾਹ ਜੀ ਨੂੰ ਚੇਤੇ ਕਰੋਗੇ ਨਾ ਤੇ ਉਹ ਆ ਕੇ ਤੁਹਾਨੂੰ ਇੱਥੇ ਦਰਸ਼ਨ ਦੇ ਦੇਣਗੇ। ਮੇਰੇ ਨਾਲ ਚੱਲੋਗੇ, ਲੰਮਾ ਪਿੰਡ ਹੈ, ਪੰਜਾਬ ਦੇਸ਼ ਬਹੁਤ ਦੂਰ ਹੈ ਤੇ ਉੱਥੇ ਜਾਂਦਿਆਂ ਜਾਂਦਿਆਂ ਸਾਨੂੰ ਸਮਾਂ ਲੱਗ ਜਾਣਾ ਹੈ। ਪਰ ਜੇ ਤੁਸੀਂ ਭਾਵਨਾ ਕਰਕੇ ਚੇਤੇ ਕਰੋ ਤੇ ਸਤਿਗੁਰੂ ਸੱਚੇ ਪਾਤਸ਼ਾਹ ਭਾਵਨਾ ਦੇਖ ਕੇ ਬਹੁਤ ਜਲਦੀ ਤੈਨੂੰ ਇੱਥੇ ਦਰਸ਼ਨ ਦੇ ਦੇਣਗੇ। ਸਾਰਾ ਚੱਕਰ ਚਿੰਨ੍ਹ ਸਤਿਗੁਰੂ ਜੀ ਦਾ ਪਤਾ ਸਿਰਨਾਮਾ ਰਾਜੇ ਨੇ ਲਿਖ ਲਿਆ। ਉਡੀਕ ਕਰਨ ਲੱਗਾ, ਦਿਨ ਰਾਤ ਪ੍ਰੇਮ ਦੇ ਵਿੱਚ ਮਗਨ ਰਹਿੰਦਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਉਂ ਜਪਦਾ ਰਹਿੰਦਾ। ਜਿਵੇਂ ਗੁਰੂ ਕੇ ਸਿੱਖ ਨੇ ਰਹਿਤ ਮਰਿਆਦਾ ਦੱਸੀ, ਉਸੇ ਤਰੀਕੇ ਰਹਿਤ ਬਹਿਤ ਦੇ ਵਿੱਚ ਗੁਰਸਿੱਖ ਰੀਤੀ ਦੇ ਵਿੱਚ ਗੁਰੂ ਕਾ ਸਿਮਰਨ ਕਰਦਾ ਰਹਿੰਦਾ। ਵਾਹਿਗੁਰੂ ਦੇ ਦਰ ਦੇ ਨਾਲ ਜੁੜਿਆ ਹੋਇਆ ਸਭ ਜੋ ਪਹਿਲਾਂ ਸਾਲਗ੍ਰਾਮ ਦੀ ਪੂਜਾ, ਵਰਤ ਆਦਿਕ ਰੱਖਣੇ, ਗੁਰਮਤਿ ਦੀ ਸਿੱਖਿਆ ਸੁਣ ਕੇ ਇਹਨੇ ਸਭ ਕੁਝ ਤਿਆਗ ਦਿੱਤਾ। ਸਿਰਫ ਸਤਿਗੁਰੂ ਜੀ ਦੇ ਚਰਨਾਂ ਦੇ ਦਰਸ਼ਨਾਂ ਦੀ ਪਿਆਸ ਹੀ ਮਨ ਦੇ ਵਿੱਚ ਬਣੀ ਹੋਈ ਆ। ਇਉਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਰਾਜਾ ਸ਼ਿਵਨਾਗ ਦਿਨ ਰਾਤ ਚੇਤੇ ਕਰਦਾ ਹੈ। ਉੱਧਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੰਤਰਜਾਮੀ ਜਿਹੜੇ ਸਾਰਿਆਂ ਦੀਆਂ ਦਿਲਾਂ ਦੀਆਂ ਜਾਣਨ ਵਾਲੇ ਆ, ਉਹਨਾਂ ਦੇ ਮਨ ਦੇ ਵਿੱਚ ਵੀ ਰਾਜੇ ਦੇ ਪ੍ਰੇਮ ਨੇ ਖਿੱਚ ਪਾਈ। ਜਾਣ ਲਿਆ ਕਿ ਰਾਜਾ ਸ਼ਿਵਨਾਗ ਦਰਸ਼ਨਾਂ ਦੇ ਲਈ ਬਹੁਤ ਬੇਵਲ ਹੈ, ਨੇਤਰਾਂ ਵਿੱਚੋਂ ਨੀਰ ਜਾਂਦਾ, ਚਿਹਰਾ ਪੀਲਾ ਪੈ ਚੁੱਕਿਆ ਹੈ, ਰਾਤ ਨੂੰ ਨੀਂਦ ਨਹੀਂ ਆਉਂਦੀ, ਦਿਨੇ ਚੈਨ ਨਹੀਂ, ਖਾਣਾ ਪੀਣਾ ਛੱਡੀ ਬੈਠਾ। ਭਗਤ ਵਸ਼ਲ ਸਤਿਗੁਰੂ ਜੀ ਜਿਹੜੇ ਭਗਤਾਂ ਦੀ ਰੱਖਿਆ ਕਰਨ ਵਾਸਤੇ, ਭਗਤਾਂ ਦੀ ਭਾਵਨਾ ਪੂਰੀ ਕਰਨ ਵਾਸਤੇ ਉਹਨਾਂ ਦੇ ਮਿੱਤਰ ਹੋ ਕੇ, ਉਹਨਾਂ ਦੇ ਪਿਆਰੇ ਹੋ ਕੇ ਜਿੱਥੇ ਕਿੱਥੇ ਵੀ ਦਰਸ਼ਨ ਦੇ ਸਕਦੇ ਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਨ ਬਣਾ ਲਿਆ ਕਿ ਰਾਜੇ ਸ਼ਿਵਨਾਗ ਨੂੰ ਜਾ ਕੇ ਦਰਸ਼ਨ ਦੇਣੇ ਹਨ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੇਖਿਆ ਕਿ ਮੈਂ ਜਾ ਕੇ ਦਰਸ਼ਨ ਦੇਣੇ ਆ, ਤਿਆਰੀ ਕਰ ਲਈ। ਭਾਈ ਮਰਦਾਨੇ ਭਾਈ ਬਾਲੇ ਨੂੰ ਕਹਿ ਦਿੱਤਾ ਕਿ ਭਾਈ ਬਾਲਾ ਜੀ, ਭਾਈ ਮਰਦਾਨਾ ਜੀ, ਰਾਜਾ ਸ਼ਿਵਨਾਗ ਸਾਨੂੰ ਚੇਤੇ ਕਰਦਾ, ਸੰਗਲਾਦੀਪ ਅਸੀਂ ਜਾਣਾ ਹੈ। ਤਾਂ ਉਸ ਵੇਲੇ ਜਿਸ ਵੇਲੇ ਨਗਰ ਦੇ ਲੋਕਾਂ ਨੂੰ ਸੰਗਲਾਦੀਪ ਰਾਜ ਦੇ ਸਾਧੂ ਮਹਾਤਮਾ ਨੂੰ ਪਤਾ ਲੱਗਿਆ ਕਿ ਰਾਜਾ ਸ਼ਿਵਨਾਗ ਸਤਿਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨੇ ਚਾਹੁੰਦਾ, ਤੇ ਜਿੰਨੇ ਇਹ ਸਾਧੂ ਸੰਤ ਸੀ ਇਹਨਾਂ ਨੇ ਕੀ ਕੀਤਾ, ਵਾਰੋ ਵਾਰੀ ਆਪਣਾ ਨਾਮ ਨਾਨਕ ਰੱਖ ਕੇ ਰਾਜੇ ਸ਼ਿਵਨਾਗ ਦੇ ਰਾਜ ਭਾਗ ਦੇ ਵਿੱਚ ਆਉਣੇ ਸ਼ੁਰੂ ਹੋ ਗਏ। ਦੇ ਸ਼ਹਿਰ ਵਿੱਚ ਜਿਹੜਾ ਵੀ ਆ ਕੇ ਪਰਜਾ ਦੇ ਲੋਕਾਂ ਨੂੰ ਦੱਸੇ ਵੀ ਮੇਰਾ ਨਾਮ ਸਤਿਗੁਰੂ ਨਾਨਕ ਹੈ, ਜਦੋਂ ਰਾਜੇ ਕੋਲੇ ਖਬਰ ਪਹੁੰਚੇ ਇਹ ਭੱਜ ਕੇ ਜਾਵੇ ਦੌੜ ਕੇ ਵੀ ਸਤਿਗੁਰੂ ਨਾਨਕ ਦੇਵ ਜੀ ਆ ਗਏ, ਮੈਂ ਦਰਸ਼ਨ ਕਰਾਂ। ਪਰ ਜਦੋਂ ਜਾ ਕੇ ਦਰਸ਼ਨ ਕਰੇ, ਨਾ ਉਹ ਤਪ, ਨਾ ਤੇਜ, ਨਾ ਸਾਧ ਸੰਗਤ ਜੀ ਕੋਈ ਗਿਆਨ ਦਾ ਉਪਦੇਸ਼, ਰਾਜੇ ਦਾ ਸ਼ੰਕਾ ਨਿਵਰਤ ਨਾ ਹੋਵੇ, ਅੱਕ ਕੇ ਫੇਰ ਮੁੜ ਆਵੇ। ਥੋੜ੍ਹੇ ਦਿਨਾਂ ਬਾਅਦ ਕੋਈ ਨਾ ਕੋਈ ਹੋਰ ਆ ਜਾਂਦਾ, ਉਹ ਕਹਿੰਦਾ ਮੈਂ ਸਤਿਗੁਰੂ ਨਾਨਕ ਹੈ। ਜਦੋਂ ਇਉਂ ਕਈ ਸਾਧੂ ਮਹਾਤਮਾ ਆਏ ਨਾਨਕ ਨਾਮ ਰਖਾ ਕੇ, ਮਨ ਵਿੱਚ ਪ੍ਰਬਲ ਇੱਛਾ ਹਰੇਕ ਦੇ ਬਈ ਜੇ ਰਾਜਾ ਸਾਡਾ ਚੇਲਾ ਬਣ ਗਿਆ ਫਿਰ ਅਸੀਂ ਕਿਹਦੇ ਲੈਣ ਦੇ ਹਾਂ, ਰਾਜਾ ਸਾਡਾ ਸ਼ਰਧਾਲੂ ਬਣ ਗਿਆ ਤੇ ਅਸੀਂ ਕੋਈ ਕੰਮ ਕਰਾ ਲਈਏ ਇਹਦੇ ਤੋਂ। ਜਦੋਂ ਰਾਜਾ ਹੀ ਸਾਡਾ ਸ਼ਰਧਾਲੂ ਹੋ ਗਿਆ ਤੇ ਪਰਜਾ ਤਾਂ ਆਪੇ ਸ਼ਰਧਾਲੂ ਬਣ ਜਾਣੀ, ਅਸੀਂ ਉੱਘੇ ਪੀਰ ਬਣ ਜਾਵਾਂਗੇ, ਵੱਡੇ ਗੁਰੂ ਬਣ ਜਾਵਾਂਗੇ। ਇਉਂ ਮਨ ਵਿੱਚ ਲਾਲਸਾ ਕਰਕੇ ਝੂਠੇ ਮੂਠੇ ਹੀ ਸਤਿਗੁਰੂ ਨਾਨਕ ਦੇਵ ਬਣ ਕੇ ਬਹਿਣ ਲੱਗ ਪਏ। ਰਾਜੇ ਨੇ ਇੱਕ ਉਪਾਅ ਸੋਚਿਆ, ਬਈ ਦੁਨੀਆ ਦੇ ਵਿੱਚ ਜਿੰਨੇ ਲੋਕ ਹੈ ਉਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਵਸ ਵਿੱਚ ਹੈ, ਕਿਉਂ ਨਾ ਪ੍ਰੀਖਿਆ ਕੀਤੀ ਜਾਵੇ। ਪਰਖਣ ਹਿੱਤ ਇਹਨੇ
ਆਪਣੇ ਰਾਜ ਦੀਆਂ ਜਿਹੜੀਆਂ ਵੇਸ਼ਵਾਵਾਂ ਸੁੰਦਰ ਔਰਤਾਂ ਸਨ ਉਹਨਾਂ ਨੂੰ ਬੁਲਾਇਆ, ਉਹਨਾਂ ਦੀ ਡਿਊਟੀ ਜ਼ਿੰਮੇਵਾਰੀ ਲਾ ਦਿੱਤੀ ਵੀ ਜਿਹੜਾ ਵੀ ਕੋਈ ਪਰਦੇਸੀ ਜਿਹਦੇ ਨਾਮ ਦੇ ਨਾਲ ਸੰਤ ਫਕੀਰ ਸਾਧੂ ਲੱਗਦਾ ਹੋਵੇ, ਪਹਿਰਾਵਾ ਧਾਰਮਿਕ ਪਹਿਨਿਆ ਹੋਵੇ, ਜਦੋਂ ਮੇਰੇ ਰਾਜ ਦੇ ਵਿੱਚ ਆਵੇ ਤੇ ਬਾਹਰ ਉਹਨੂੰ ਬਾਗ ਦੇ ਵਿੱਚ ਠਹਿਰਾ ਲੈਣਾ ਹੈ, ਉਹਦਾ ਪੜਾਅ ਕਰਾ ਦੇਣਾ, ਡੇਰਾ ਕਰਵਾ ਦੇਣਾ ਹੈ। ਰਾਤ ਨੂੰ ਤੁਸੀਂ ਉਹਦੀ ਸੇਵਾ ਵਿੱਚ ਹਾਜ਼ਰ ਰਹਿਣਾ ਹੈ ਤੇ ਮੈਨੂੰ ਪਰਖ ਕੇ ਦੱਸਣਾ ਹੈ ਵੀ ਇਹ ਕਾਮ ਦੇ ਵਾਸਤਾ ਨਹੀਂ, ਕ੍ਰੋਧ ਦੇ ਵਾਸਤਾ ਨਹੀਂ, ਕੋਈ ਵਿਕਾਰ ਤਾਂ ਨਹੀਂ ਇਹਨੂੰ ਫੁਰਦਾ। ਔਰ ਜਿਸ ਦਿਨ ਤੁਹਾਨੂੰ ਪਤਾ ਲੱਗੇ ਵੀ ਕੋਈ ਪੂਰਾ ਗੁਰੂ ਆ ਗਿਆ, ਤੁਸੀਂ ਜਲਦੀ ਦੇ ਨਾਲ ਮੈਨੂੰ ਖਬਰ ਦੇਣੀ ਹੈ। ਹੁਣ ਬਹੁਤ ਸਾਰੇ ਸਾਧੂ ਮਹਾਤਮਾ ਪਖੰਡੀ ਵੀ ਆਉਣ, ਜਦੋਂ ਸੋਹਣੀਆਂ ਔਰਤਾਂ ਨੂੰ ਦੇਖਣ ਸਾਰੇ ਆਪਣਾ ਧਰਮ ਛੱਡ ਦੇਣ, ਮਨ ਡੋਲ ਜਾਵੇ, ਵਿਭਚਾਰੀ ਹੋ ਗਏ। ਸਾਧ ਸੰਗਤ ਜੀ, ਸਤਿਗੁਰੂ ਦੀ ਬਾਣੀ ਦੇ ਬਚਨ ਨੇ, ਜਿਨ ਮਿਲ ਮਾਰੇ ਪੰਜ ਸੂਰਬੀਰ ਸੋ ਪੂਰਾ ਇਸ ਕਲੀ ਰੇ, ਉਹ ਸੋ ਸੂਰਾ ਇਸ ਕਲੀ ਰੇ। ਉਹ ਕਹਿੰਦੇ ਕਲਯੁਗ ਦੇ ਵਿੱਚ ਸੂਰਾ ਹੈ, ਸਮਰੱਥ ਹੈ, ਮਹਾਨ ਯੋਧਾ ਹੈ, ਜਿਹਨੇ ਇਹ ਪੰਜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਵਸ ਵਿੱਚ ਕਰ ਲਿਆ। ਹਾਲਾਂਕਿ ਬਹੁਤ ਸਾਰੇ ਗਿਆਨੀ ਸਾਧੂ ਮਹਾਤਮਾ ਵੀ ਆਉਂਦੇ ਹੈ, ਪਰ ਪੂਰੇ ਗੁਰੂ ਦੀ ਜਦੋਂ ਪੂਰਨ ਕਿਰਪਾ ਨਾ ਹੋਵੇ ਨਾ, ਤੇ ਸਾਧ ਸੰਗਤ ਜੀ ਕਈ ਵਾਰ ਗਿਆਨਵਾਨ ਮਨੁੱਖ ਜਿਹੜੇ ਆ ਉਹ ਵੀ ਵਿਸ਼ਿਆਂ ਦੇ ਅਧੀਨ ਹੋ ਜਾਂਦੇ ਆ, ਕਿਉਂਕਿ ਇਹ ਮਾਇਆ ਦਾ ਪ੍ਰਭਾਵ ਹੀ ਐਸਾ, ਪਤਾ ਨਹੀਂ ਲੱਗਦਾ ਕਿਹੜੇ ਵੇਲੇ ਇਹਨੇ ਆਪਣਾ ਅਮਰ ਵਰਤਾ ਦੇਣਾ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਸਾਧ ਸੰਗਤ ਜੀ, ਬਿਆਸ ਮੁਨੀ ਜੀ ਹੋਏ ਆ, ਬਹੁਤ ਵੱਡੇ ਸਾਧੂ ਮਹਾਤਮਾ ਮਹਾਨ ਵਿਦਵਾਨ ਹੋਏ ਆ, ਜਿਨ੍ਹਾਂ ਨੇ ਵੇਦਾਂ ਦੀ ਰਚਨਾ ਕੀਤੀ ਆ। ਇਹਨਾਂ ਕੋਲੇ ਸਾਧੂ ਮਹਾਤਮਾ ਦੀਆਂ ਮੰਡਲੀਆਂ ਆਉਣੀਆਂ, ਇਹਨਾਂ ਦੇ ਜਥੇ ਵਿੱਚ, ਇਹਨਾਂ ਦੇ ਗਰੁੱਪ ਦੇ ਵਿੱਚ ਹੋਰ ਸਾਧੂ ਮਹਾਤਮਾ ਰਹਿੰਦੇ, ਬੜੇ ਗਿਆਨਵਾਨ, ਜਿਨ੍ਹਾਂ ਨੇ ਪੰਜੇ ਵਿਕਾਰਾਂ ਨੂੰ ਵੀ ਵਸ ਵਿੱਚ ਕੀਤਾ ਹੋਇਆ। ਇੱਕ ਦਿਨ ਬੈਠਿਆਂ ਬੈਠਿਆਂ ਬਚਨ ਚੱਲਿਆ, ਬਈ ਜੇ ਵਾਹਿਗੁਰੂ ਦੀ ਮਾਇਆ ਵਰਤ ਜਾਵੇ ਨਾ ਤੇ ਗਿਆਨਵਾਨ ਬੰਦਾ ਵੀ ਵੱਡੀ ਤੋਂ ਵੱਡੀ ਗਲਤੀ ਕਰ ਸਕਦਾ। ਵਿੱਚੇ ਜੈਮਨ ਰਿਖੀ ਬੈਠਾ ਸੀ। ਇਹ ਸਨਾਤਨ ਮਤ ਦੀਆਂ ਸਾਖੀਆਂ ਹੈ, ਪਰ ਸਾਧ ਸੰਗਤ ਜੀ ਸਮਝਣ ਵਾਸਤੇ ਗਿਆਨ ਕਿਤੋਂ ਵੀ ਮਿਲ ਜਾਏ, ਚਾਹੇ ਬਾਈਬਲ 'ਚੋਂ ਮਿਲੇ, ਪੁਰਾਣਾਂ ਵਿੱਚੋਂ ਮਿਲੇ, ਕੁਰਾਨ ਸ਼ਰੀਫ ਦੇ ਵਿੱਚੋਂ ਮਿਲੇ, ਗਿਆਨ ਕਿਸੇ ਦਾ ਮੁੱਲ ਲਿਆ ਨਹੀਂ ਹੁੰਦਾ, ਕਿਸੇ ਦਾ ਪੇਟੈਂਟ ਨਹੀਂ ਕਰਵਾਇਆ ਹੁੰਦਾ ਵੀ ਇੱਕ ਫਿਰਕੇ ਦਾ ਹੀ ਅਧਿਕਾਰ ਹੈ ਇਹਦੇ ਉੱਤੇ। ਗਿਆਨ ਦੀ ਗੱਲ ਜਿੱਥੋਂ ਵੀ ਮਿਲ ਜਾਏ, ਕੰਚਨ ਹੋਏ ਸੋ ਕੀਚ ਮੈਂ ਬਿਖ ਮੈਂ ਅੰਮ੍ਰਿਤ ਹੋਏ, ਜਿੱਥੋਂ ਵੀ ਸਾਧ ਸੰਗਤ ਜੀ ਸੋਨਾ ਚਾਹੇ ਚਿੱਕੜ ਵਿੱਚ ਡਿੱਗਿਆ ਪਿਆ ਹੋਵੇ, ਉਹਦਾ ਮੁੱਲ ਤਾਂ ਨਹੀਂ ਘਟਦਾ ਨਾ। ਗਿਆਨ ਕਿਸੇ ਵੀ ਫਿਰਕੇ, ਕਿਸੇ ਵੀ ਧਾਰਮਿਕ ਗ੍ਰੰਥ ਵਿੱਚ ਹੈ, ਉਹ ਸਤਿਕਾਰਯੋਗ ਹੀ ਹੁੰਦਾ ਹੈ ਤੇ ਉਹਨੂੰ ਸ਼ਰਧਾ ਭਾਵਨਾ ਦੇ ਨਾਲ ਅਪਣਾ ਲੈਣਾ ਚਾਹੀਦਾ। ਐਵੇਂ ਬਹੁਤੀਆਂ ਤਰਕਾਂ ਕੁਤਰਕਾਂ ਨਹੀਂ ਜੀ, ਇਹ ਤਾਂ ਸਨਾਤਨ ਮਤ ਦੀਆਂ ਸਾਖੀਆਂ ਹੈ, ਗੁਰਮਤਿ ਦੀ ਸਟੇਜ ਦੇ ਉੱਤੇ ਇਹਨਾਂ ਦਾ ਕੀ ਕੰਮ। ਗਿਆਨ ਜਿਸ ਜਗ੍ਹਾ ਤੋਂ ਵੀ ਮਿਲੇ। ਹੁਣ ਸਾਧ ਸੰਗਤ ਜੀ, ਮੱਝ ਜੇ ਆਪਾਂ ਨੂੰ ਦੁੱਧ ਚਾਹੀਦਾ ਹੋਵੇ, ਆਪਾਂ ਇਹ ਤਾਂ ਨਹੀਂ ਦੇਖਦੇ ਨੇ ਵੀ ਇਹ ਕੁੰਡੇ ਸਿੰਘਾਂ ਵਾਲੀ ਹੈ ਕਿ ਸਿੱਧੇ ਸਿੰਘਾਂ ਵਾਲੀ ਹੈ। ਆਪਾਂ ਤਾਂ ਦੁੱਧ ਪ੍ਰਾਪਤ ਕਰਨਾ, ਇਹਦੇ 3 ਥਾਣ ਹੈ ਕਿ 4 ਥਾਣ ਹੈ। ਜਿਹੜੇ ਬੰਦੇ ਨੂੰ ਦੁੱਧ ਚਾਹੀਦਾ ਉਹਨੇ ਤਾਂ ਦੁੱਧ ਪ੍ਰਾਪਤ ਕਰਨਾ। ਸੋ ਗਿਆਨ ਜਿਹੜਾ ਪ੍ਰਾਪਤ ਕਰਨ ਦਾ ਅਧਿਕਾਰੀ ਜਗਿਆਸੂ ਹੈ, ਉਹ ਨਹੀਂ ਦੇਖਦਾ ਇਹ ਪੁਰਾਣ 'ਚੋਂ ਮਿਲ ਰਿਹਾ ਹੈ, ਕੁਰਾਨ 'ਚੋਂ ਮਿਲਿਆ, ਵੇਦਾਂ 'ਚੋਂ ਮਿਲਿਆ, ਸ਼ਾਸਤਰਾਂ 'ਚੋਂ ਮਿਲਿਆ ਕਿ ਗੁਰਬਾਣੀ 'ਚੋਂ ਮਿਲ ਰਿਹਾ। ਸੋ ਉਹਨੂੰ ਸੱਤ ਕਰਕੇ ਮੰਨ ਲੈਂਦਾ, ਗਿਆਨ ਨੂੰ ਧਾਰਨ ਕਰ ਲੈਂਦਾ। ਸੋ ਇਸੇ ਪ੍ਰਕਾਰ ਸਨਾਤਨ ਮਤ ਦੀਆਂ ਸਾਖੀਆਂ ਹੋਣ, ਪੁਰਾਣਾਂ ਦੀਆਂ, ਕੁਰਾਨ ਸ਼ਰੀਫ ਦੀਆਂ, ਬਾਈਬਲ ਦੀਆਂ, ਬੋਧੀਆਂ ਦੀਆਂ, ਜੈਨੀਆਂ ਦੀਆਂ, ਸਾਧ ਸੰਗਤ ਜੀ ਜਿੱਥੋਂ ਵੀ ਗਿਆਨ ਮਿਲੇ ਉਹਨੂੰ ਧਾਰਨ ਕਰਨਾ, ਨਿਸ਼ਚਾ ਰੱਖਣਾ ਚਾਹੀਦਾ, ਨਾ ਕਿ ਤਰਕਾਂ ਕੁਤਰਕਾਂ ਦੇ ਵਿੱਚ ਪੈ ਕੇ ਐਵੇਂ ਆਪਣਾ ਤੇ ਦੂਜਿਆਂ ਦਾ ਸਮਾਂ ਬਰਬਾਦ ਕਰੀਏ। ਜਦੋਂ ਬਿਆਸ ਮਹਾਤਮਾ ਨੇ ਆਖਿਆ ਬਈ ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਵਿਕਾਰ ਆ ਨਾ, ਇਹ ਬੜੇ ਪ੍ਰਬਲ ਹੈ। ਵਾਹਿਗੁਰੂ ਦੀ ਮਾਇਆ ਜੇ ਵਰਤ ਜਾਏ ਤਾਂ ਵੱਡੇ ਵੱਡੇ ਗਿਆਨੀਆਂ ਦਾ ਗਿਆਨ ਭੁੱਲ ਜਾਂਦਾ, ਉਸ ਵੇਲੇ ਉਹਨਾਂ ਦਾ ਹਿਰਦਾ ਡੋਲ ਜਾਂਦਾ। ਜੈਮਨ ਰਿਖੀ ਬੜਾ ਗਿਆਨਵਾਨ ਸੀ, ਆਪਣੇ ਆਪੇ ਦੀ ਸੋਝੀ ਸੀ, ਬਹੁਤ ਪਹੁੰਚੀ ਅਵਸਥਾ ਦੇ ਵਿੱਚ ਸੀ, ਉੱਚ ਅਵਸਥਾ ਦਾ ਮਾਲਕ ਸੀ। ਬਿਆਸ ਰਿਖੀ ਜੀ ਨੂੰ ਕਹਿੰਦਾ, ਮਹਾਤਮਾ ਜੀ ਤੁਹਾਡਾ ਇਹ ਵਚਨ ਦੇ ਨਾਲ ਮੈਂ ਤਾਂ ਸਹਿਮਤ ਨਹੀਂ। ਕਹਿੰਦਾ ਵੀ ਜਿਹੜਾ ਗਿਆਨਵਾਨ ਬੰਦਾ, ਜਿਹਨੂੰ ਗਿਆਨ ਹੀ ਹੋ ਗਿਆ, ਪਤਾ ਹੀ ਲੱਗ ਗਿਆ ਵੀ ਅੱਗੇ ਮਾਇਆ ਹੈ,
ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਕਾਰ ਹੈ, ਉਹ ਉਹਨਾਂ ਦੇ ਅਧੀਨ ਕਿਉਂ ਹੋਊਗਾ ਭਲਾ? ਰਾਤ ਦੇ ਹਨੇਰੇ ਦੇ ਵਿੱਚ ਤਾਂ ਰੱਸੀ ਦਾ ਭੁਲੇਖਾ ਪਵੇ ਵੀ ਸੱਪ ਹੈ, ਦਿਨ ਚੜ੍ਹਿਆ ਹੋਵੇ, ਧੁੱਪ ਚੜ੍ਹੀ ਹੋਵੇ, ਸਾਹਮਣੇ ਰੱਸੀ ਦਿਖ ਰਹੀ ਹੈ, ਬੰਦਾ ਕਿਉਂ ਭਰਮ ਵਿੱਚ ਪਊਗਾ ਵੀ ਇਹ ਸੱਪ ਪਿਆ? ਬਿਆਸ ਮੁਨੀ ਜੀ ਕਹਿੰਦੇ ਨਹੀਂ ਵੀ ਦਿਨੇ ਵੀ ਭੁਲੇਖਾ ਪੈ ਸਕਦਾ, ਕੋਈ ਵੱਡੀ ਗੱਲ ਨਹੀਂ। ਜੇ ਵਾਹਿਗੁਰੂ ਚਾਹੇ ਕੋਈ ਉਹਦੀ ਮਾਇਆ ਐਸੀ ਵਰਤੇ ਤੇ ਦਿਨ ਨੂੰ ਭੁਲੇਖਾ ਕਿਉਂ ਨਹੀਂ ਪੈ ਸਕਦਾ? ਜਿਵੇਂ ਭਾਈ ਗੁਰਦਾਸ ਜੀ ਨੂੰ ਵੀ ਭੁਲੇਖਾ ਭਰਮ ਭੁਲੇਖਾ ਪੈ ਗਿਆ ਸੀ। ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜਿਸ ਵੇਲੇ ਰਹਿੰਦਾ ਸੀ, ਗੁਰਬਾਣੀ ਉਚਾਰਦਿਆਂ ਸੂਖਸ਼ਮ ਹਉਮੈ ਹੰਕਾਰ ਧਾਰਨ ਕਰ ਲਿਆ ਬਈ ਜੇ ਗੁਰੂ ਸਿੱਖ ਨੂੰ ਮਾਇਆ ਵਰਤਾ ਕੇ ਭਰਮਾਉਣਾ ਚਾਹੇ ਤਾਂ ਸਿੱਖ ਨੂੰ ਕਦੇ ਭਰਮਣਾ ਨਹੀਂ ਚਾਹੀਦਾ। ਪਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿਸ ਵੇਲੇ ਮਾਇਆ ਵਰਤਾਈ, ਕਾਬਲ ਕੰਧਾਰ ਦੇ ਵਿੱਚ ਘੋੜੇ ਖਰੀਦਣ ਦੇ ਲਈ ਭੇਜਿਆ ਸੀ ਤੇ ਉੱਥੋਂ ਭੱਜ ਕੇ ਆਉਣਾ ਪੈ ਗਿਆ ਸੀ, ਜਾ ਕੇ ਕਾਸ਼ੀ ਬਨਾਰਸ ਲੁਕਿਆ ਰਿਹਾ ਸੀ। ਫਿਰ ਉੱਥੇ ਦੇ ਰਾਜੇ ਨੇ ਮੁਸ਼ਕਾਂ ਬੰਨ੍ਹ ਕੇ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਸਤਿਗੁਰੂ ਦੇ ਦਰ ਪੇਸ਼ ਕੀਤਾ ਸੀ। ਜੇ ਗੁਰ ਭਰਮਾਵੇ ਸਾਂਗ ਕਰ, ਕਿਆ ਸਿੱਖ ਵਿਚਾਰਾ। ਫਿਰ ਇਹ ਵਚਨ ਉਚਾਰਨ ਕੀਤੇ ਸੀ। ਪਹਿਲਾਂ ਕਹਿੰਦੇ ਸੀ ਵੀ ਜੇ ਗੁਰ ਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ, ਪਰ ਜੇ ਗੁਰੂ ਸਾਂਗ ਗੁਰੂ ਕੋਈ ਕੌਤਕ ਵਰਤਾ ਦੇਵੇ ਤੇ ਸਿੱਖ ਦੀ ਕੀ ਮਜਾਲ ਹੈ ਵੀ ਉਹ ਧਰਮ ਦੇ ਉੱਤੇ ਪਰਪੱਕ ਰਹਿ ਜਾਊਗਾ। ਇਹ ਤਾਂ ਗੁਰੂ ਦੀ ਕਿਰਪਾ ਨਾਲ ਹੀ ਪਰਪੱਕਤਾ ਹੈ। ਜੈਮਨ ਰਿਖੀ ਕਹਿੰਦਾ ਵੀ ਮਹਾਤਮਾ ਵੇਦ ਵਿਆਸ ਜੀ, ਮੈਂ ਤੁਹਾਡੇ ਬਚਨ ਨਾਲ ਸਹਿਮਤ ਨਹੀਂ ਵੀ ਗਿਆਨਵਾਨ ਨੂੰ ਮਾਇਆ ਨਹੀਂ ਭਰਮਾ ਸਕਦੀ, ਗਿਆਨਵਾਨ ਨੂੰ ਵਿਸ਼ੇ ਵਿਕਾਰ ਨਹੀਂ ਪੋ ਸਕਦੇ। ਵਿਆਸ ਰਿਖੀ ਜੀ ਅੱਗੋਂ ਚੁੱਪ ਕਰ ਗਏ। ਹੁਣ ਜੇ ਬੰਦਾ ਕੋਈ ਮੈਂ ਨਾ ਮਾਨੂ ਵਾਲੀ ਗੱਲ ਕਰ ਲਵੇ ਤੇ ਸਿਆਣਾ ਬੰਦਾ ਕੋਈ ਫਿਰ ਚੁੱਪ ਹੀ ਕਰਦਾ ਹੁੰਦਾ। ਜੈਮਨ ਰਿਖੀ ਜੀ ਨੇ ਜਦੋਂ ਇਹ ਵਚਨ ਕੀਤਾ ਵੀ ਐਸਾ ਨਹੀਂ ਹੋ ਸਕਦਾ, ਮਹਾਤਮਾ ਵੇਦ ਵਿਆਸ ਜੀ ਚੁੱਪ ਕਰ ਗਏ ਵੀ ਹੁਣ ਇਹ ਮੈਂ ਨਾ ਮਾਨੂ ਵਾਲੀ ਰੱਟ ਲਾ ਲਈ ਇਹਨਾਂ ਨੇ ਤੇ ਹੁਣ ਚੁੱਪ ਕਰਨਾ ਹੀ ਭਲਾ ਠੀਕ ਹੈ। ਕੁਝ ਦਿਨ ਲੰਘੇ, ਜੈਮਨ ਰਿਖੀ ਜੀ ਸਮਾਧੀ ਵਿੱਚ ਬੈਠੇ ਆ। ਪਹਿਲਾਂ ਸਾਧੂ ਮਹਾਤਮਾ ਦੇ ਮੱਠ ਬਣੇ ਹੁੰਦੇ, ਉਹਨਾਂ ਮੱਠਾਂ ਦੇ ਵਿੱਚ ਬੈਠ ਕੇ ਉਹਨਾਂ ਨੇ ਸਾਧ ਸੰਗਤ ਜੀ ਰਾਤ ਗੁਜ਼ਾਰਨੀ, ਦਿਨ ਦਾ ਸਮਾਂ ਕੁਝ ਆਰਾਮ ਕਰਨਾ ਤੇ ਜਦੋਂ ਮਨ ਕਰਨਾ ਬਾਹਰ ਬੈਠ ਕੇ ਹਵਾ ਹਾਰੇ ਕਦੇ ਬੈਠ ਜਾਣਾ ਤੇ ਜੇ ਬਾਹਰ ਠੰਡ ਹੈ ਤੇ ਮੱਠ ਦੇ ਵਿੱਚ ਬੈਠ ਜਾਣਾ, ਭਗਤੀ ਕਰਨੀ, ਸਮਾਧੀਆਂ ਲਾਉਣੀਆਂ। ਸਮਾਧੀ ਦੇ ਵਿੱਚ ਬੈਠੇ ਆ ਜੈਮਨ ਰਿਖੀ ਜੀ। ਇੰਨੇ ਨੂੰ ਬਿਆਸ ਮੁਨੀ ਨੇ ਕੀ ਕੀਤਾ, ਇੱਕ ਸੁੰਦਰ ਇਸਤਰੀ ਦਾ ਰੂਪ ਧਾਰਨ ਕਰਕੇ ਝਾਂਜਰਾਂ ਛਣਕਾਉਂਦੇ ਹੋਏ ਛਣ ਛਣ ਕਰਦੇ ਨਾ ਇਹਦੇ ਕੋਲ ਪਹੁੰਚ ਗਏ। ਜੈਮਨ ਰਿਖੀ ਸਮਾਧੀ ਵਿੱਚ ਬੈਠੇ ਆ ਤੇ ਆ ਕੇ ਇਹਨਾਂ ਦੇ ਅੱਗੇ ਮੱਥਾ ਟੇਕ ਕੇ ਬੇਨਤੀ ਕੀਤੀ, ਮਹਾਤਮਾ ਜੀ, ਸੰਤ ਜੀ, ਮੈਂ ਆਪਣੇ ਪਤੀ ਦੇ ਨਾਲੋਂ ਵਿਛੜ ਗਈ ਹਾਂ, ਉਹਨੂੰ ਲੱਭਦੀ ਲੱਭਦੀ ਆ ਤੁਹਾਡੇ ਇੱਥੇ ਪਹੁੰਚ ਗਈ ਹਾਂ। ਰਾਤ ਦਾ ਸਮਾਂ ਹੋ ਗਿਆ, ਸਵੇਰ ਹੋਈ ਮੈਂ ਚਲੀ ਜਾਵਾਂਗੀ ਤੇ ਮੇਰਾ ਰਾਤ ਰਹਿਣ ਦਾ ਕੋਈ ਇੰਤਜ਼ਾਮ ਕਰੋ ਤਾਂ ਕਿ ਮੇਰੀ ਇੱਜ਼ਤ ਪੱਤ ਨੂੰ ਕੋਈ ਖਤਰਾ ਨਾ ਹੋਵੇ, ਮੇਰੀ ਜਾਨ ਨੂੰ ਕੋਈ ਖਤਰਾ ਨਾ ਹੋਵੇ। ਹੁਣ ਸਾਧੂ ਮਹਾਤਮਾ ਸਨ ਜੈਮਨ ਰਿਖੀ ਜੀ, ਉੱਚ ਅਵਸਥਾ ਦੇ ਮਾਲਕ, ਵਕਾਰ ਤਾਂ ਕੋਈ ਨੇੜੇ ਤੇੜੇ ਵੀ ਨਹੀਂ ਸੀ। ਉਹ ਸੁੰਦਰ ਇਸਤਰੀ ਨੂੰ ਦੇਖ ਕੇ ਕਹਿਣ ਲੱਗੇ, ਪੁੱਤਰੀ ਇਉਂ ਕਰ ਬਈ ਆ ਮੇਰਾ ਸਾਹਮਣੇ ਮੱਠ ਬਣਿਆ ਹੋਇਆ, ਇਹਦੇ ਵਿੱਚ ਜਾ ਕੇ ਅੰਦਰੋਂ ਕੁੰਡਾ ਮਾਰ ਲਾ। ਜਦੋਂ ਤੱਕ ਦਿਨ ਨਾ ਚੜ੍ਹੇ ਮੈਂ ਆਵਾਜ਼ ਨਾ ਦੇਵਾਂ ਉਨੀ ਦੇਰ ਤੱਕ ਤੂੰ ਇਹ ਦਰਵਾਜ਼ਾ ਕੁੰਡਾ ਨਹੀਂ ਖੋਲ੍ਹਣਾ। ਅੰਦਰ ਹਿਫਾਜ਼ਤ ਦੇ ਸਹਿਤ, ਸੁਰੱਖਿਆ ਦੇ ਸਹਿਤ ਆਰਾਮ ਕਰ ਤੂੰ, ਤੈਨੂੰ ਕੋਈ ਖਤਰਾ ਨਹੀਂ ਹੈ ਇੱਥੇ। ਇਉਂ ਕਹਿ ਕੇ ਜੈਮਨ ਰਿਖੀ ਜੀ ਸਮਾਧੀ ਵਿੱਚ ਬੈਠ ਗਏ ਤੇ ਬਿਆਸ ਰਿਖੀ ਜਿਨ੍ਹਾਂ ਨੇ ਇਸਤਰੀ ਦਾ ਰੂਪ ਧਾਰਨ ਕੀਤਾ ਜਾ ਕੇ ਮੱਠ ਦੇ ਅੰਦਰੋਂ ਕੁੰਡਾ ਮਾਰ ਕੇ ਬਹਿ ਗਏ। ਥੋੜ੍ਹਾ ਜਿਹਾ ਸਮਾਂ ਲੰਘਿਆ, ਬਿਆਸ ਮੁਨੀ ਨੇ ਇਸਤਰੀ ਰੂਪ ਦੇ ਵਿੱਚ ਸੁਰੀਲੀ ਆਵਾਜ਼ ਦੇ ਵਿੱਚ ਇਹੋ ਜਿਹੇ ਵਿਸ਼ਨ ਪਦੇ ਗਾਏ ਕਿ ਜੈਮਨ ਰਿਖੀ ਦਾ ਮਨ ਡੋਲ ਗਿਆ, ਕਾਮ ਭਾਰੂ ਹੋ ਗਿਆ। ਸਾਧ ਸੰਗਤ ਜੀ ਜਦੋਂ ਆਹ ਹਾਲਤ ਹੋਈ, ਸਮਾਧੀ ਕਿਧਰੇ ਭੁੱਲ ਗਈ ਉਹਨੂੰ, ਤਾਂ ਉੱਠ ਕੇ ਆ ਗਿਆ, ਦਰਵਾਜ਼ਾ ਖੜਕਾਉਣ ਲੱਗ ਪਿਆ, ਕਹਿੰਦਾ ਦਰਵਾਜ਼ਾ ਖੋਲ੍ਹ। ਅੱਗੋਂ ਬਿਆਸ ਮੁਨੀ ਜੀ ਅੰਦਰ ਬੈਠੇ ਇਸਤਰੀ ਦੇ ਰੂਪ ਵਿੱਚ, ਉਹਨਾਂ ਆਵਾਜ਼ ਦਿੱਤੀ ਵੀ ਮੈਂ ਨਹੀਂ ਖੋਲ੍ਹਦੀ, ਮੈਨੂੰ ਤਾਂ ਰਿਖੀ ਜੀ ਨੇ ਵਚਨ ਕੀਤਾ ਹੈ ਵੀ ਸਵੇਰ ਹੋਣ ਤੱਕ ਤੂੰ ਦਰਵਾਜ਼ਾ ਨਹੀਂ ਖੋਲ੍ਹਣਾ। ਉਹ ਰਿਖੀ ਕਹਿਣ ਲੱਗਾ, ਕਹਿੰਦਾ ਮੈਂ ਹੀ ਜੈਮਨ ਰਿਖੀ ਹੈ, ਮੈਂ ਹੀ ਤੈਨੂੰ ਵਚਨ ਕੀਤਾ ਤੇ ਹੁਣ ਮੈਂ ਹੀ ਕਹਿ ਰਿਹਾ ਦਰਵਾਜ਼ਾ ਖੋਲ੍ਹ, ਤੂੰ ਦਰਵਾਜ਼ਾ ਖੋਲ੍ਹ ਦੇ। ਕਹਿਣ ਲੱਗੀ ਨਹੀਂ ਵੀ ਸਾਧੂ ਦੇ ਦੋ ਵਚਨ ਨਹੀਂ ਹੁੰਦੇ, ਸਾਧੂ ਦਾ ਇੱਕੋ ਹੀ ਵਚਨ ਹੁੰਦਾ।
ਤੇ ਉਹ ਬਚਨ ਦੇ ਉੱਤੇ ਮੈਨੂੰ ਭਰੋਸਾ, ਮੈਂ ਨਹੀਂ ਯਕੀਨ ਕਰਦੀ, ਮੈਂ ਨਹੀਂ ਦਰਵਾਜ਼ਾ ਖੋਲ੍ਹਣਾ। ਇਉਂ ਸਾਰੀ ਰਾਤ ਦਰਵਾਜ਼ਾ ਸਾਧ ਸੰਗਤ ਜੀ ਖੜਕਾਉਂਦਾ ਰਿਹਾ। ਜਦੋਂ ਦਿਨ ਦਾ ਚੜ੍ਹਾਅ ਹੋਣ ਵਾਲਾ ਥੋੜ੍ਹਾ ਜਿਹਾ ਸਮਾਂ ਰਹਿ ਗਿਆ, ਇੰਨਾ ਕਾਮ ਵਸ ਹੋਇਆ ਜੈਮਨ ਰਖੀ, ਚੂਨੇ ਦਾ ਬਣਿਆ ਹੋਇਆ ਮੱਠ ਸੀ, ਉੱਪਰੋਂ ਛੱਤ ਪਾੜ ਲਈ ਇਹਨੇ, ਭੰਨ ਕੇ ਨਾ ਛੱਤ ਨੂੰ ਜਦੋਂ ਮਘੋਰਾ ਕੱਢ ਲਿਆ ਤੇ ਉਹ ਸਾਧ ਸੰਗਤ ਜੀ ਸੰਨ ਦੇ ਰਾਹੀਂ ਹੇਠਾਂ ਨੂੰ ਉਤਰਨ ਲੱਗਿਆ। ਹੇਠਾਂ ਤੋਂ ਬਿਆਸ ਰਿਖੀ ਨੇ ਇਹਦੀਆਂ ਲੱਤਾਂ ਫੜ ਲਈਆਂ ਤੇ ਨਾਲ ਦੀ ਨਾਲ ਜਟਾ ਜੂਟ ਆਪਣੇ ਅਸਲੀ ਰੂਪ ਦੇ ਵਿੱਚ ਆ ਕੇ ਕਹਿੰਦੇ, ਕਿਉਂ ਜੈਮਨ ਰਿਖੀ, ਤੂੰ ਹੀ ਕਹਿੰਦਾ ਸੀ ਨਾ ਵੀ ਗਿਆਨਵਾਨ ਨੂੰ ਮਾਇਆ ਨਹੀਂ ਭਰਮਾ ਸਕਦੀ, ਆ ਹੁਣ ਤੇਰਾ ਕੀ ਹਾਲ ਆ। ਉਸੇ ਵੇਲੇ ਗਲਤੀ ਮੰਨੀ, ਕਹਿੰਦਾ ਉਹ ਭੁੱਲ ਗਿਆ ਮਹਾਤਮਾ ਜੀ, ਗਿਆਨਵਾਨ ਨੂੰ ਵੀ ਜੇ ਮਾਇਆ ਵਰਤ ਜਾਏ ਨਾ, ਵੱਡੇ ਵੱਡੇ ਗਿਆਨੀਆਂ ਤਪੀਆਂ ਰਿਖੀਆਂ ਮੁਨੀਆਂ ਨੂੰ ਵੀ ਇਹ ਮਾਇਆ ਭੁਲਾ ਸਕਦੀ ਹੈ। ਸੋ ਇਉਂ ਸਾਧ ਸੰਗਤ ਜੀ ਰਾਜਾ ਸ਼ਿਵਨਾਵ ਜਿਹੜਾ ਇਹਨੇ ਪਰਖਣ ਹਿੱਤ ਇਸਤਰੀਆਂ ਨੂੰ ਭੇਜਿਆ ਹੋਇਆ। ਬਹੁਤ ਸਾਰੇ ਆਉਂਦੇ ਆ ਪਰ ਪ੍ਰੀਖਿਆ ਦੇ ਵਿੱਚ ਫੇਲ ਹੋ ਜਾਂਦੇ ਆ। ਫਿਰ ਇਹਨੇ ਸੋਚਿਆ ਵੀ ਸਾਰਾ ਜਿਹੜਾ ਕਲਯੁਗ ਦੇ ਵਿੱਚ ਵਰਤਾਰਾ ਹੀ ਇਹਨਾਂ ਪੰਜਾਂ ਵਿਕਾਰਾਂ ਦਾ, ਸਾਰੇ ਲੋਕ ਇਹਨਾਂ ਦੇ ਅਧੀਨ ਹੈ। ਇੱਕ ਸਤਿਗੁਰੂ ਨਾਨਕ ਦੇਵ ਮਹਾਰਾਜ ਹੈ ਜਿਹੜੇ ਇਹਨਾਂ ਵਿਕਾਰਾਂ ਦੇ ਅਧੀਨ ਨਹੀਂ ਹਨ। ਉਡੀਕ ਦੇ ਵਿੱਚ ਬੈਠ ਗਿਆ, ਦਿਨ ਰਾਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਨਾਮ ਜਪਦਾ ਹੈ। ਉੱਧਰ ਸਤਿਗੁਰੂ ਨਾਨਕ ਦੇਵ ਮਹਾਰਾਜ ਤਲਵੰਡੀ ਨਗਰ ਤੋਂ ਕਿਵੇਂ ਤੁਰਨ ਦੀ ਤਿਆਰੀ ਕਰਦੇ ਆ, ਜਿਵੇਂ ਇਤਿਹਾਸ ਆ ਰਿਹਾ। ਆਓ ਬੜੇ ਪਿਆਰ ਨਾਲ ਸਰਵਣ ਕਰੀਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਵੈਸੇ ਏਕ ਦਿਨ ਜੋਦਿਆਨਾ। ਇੱਕ ਦਿਨ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਘਰ ਤੋਂ ਬਾਹਰ ਵਾਰ, ਨਗਰ ਤੋਂ ਬਾਹਰ ਵਾਰ, ਉਦਿਆਨ ਜੰਗਲ ਦੇ ਵਿੱਚ ਇਕਾਂਤ ਜਗ੍ਹਾ ਵਿੱਚ ਬੈਠੇ ਹਨ। ਭਾਈ ਬਾਲਾ ਜੀ ਕਥਾ ਸੁਣਾਉਂਦੇ ਕਹਿੰਦੇ, ਹੇ ਗੁਰੂ ਅੰਗਦ ਦੇਵ ਜੀ, ਹੇ ਗੁਰੂ ਕੀ ਸੰਗਤੇ, ਮੈਂ ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਭਾਈ ਮਰਦਾਨਾ ਜੀ ਦੇ ਸਹਿਤ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਨੂੰ ਅਸੀਂ ਦੋਵਾਂ ਨੇ ਮੱਥਾ ਟੇਕਿਆ, ਨਮਸਕਾਰ ਕਰਕੇ ਕੋਲ ਬੈਠ ਗਏ। ਉਸ ਵੇਲੇ ਬੇਦੀ ਕੁਲ ਦੇ ਦੀਪਕ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਚਨ ਬੋਲੇ। ਕਹਿਣ ਲੱਗੇ, ਹੇ ਭਾਈ ਬਾਲਾ, ਹੇ ਭਾਈ ਮਰਦਾਨਾ, ਚਲੋ ਹੁਣ ਆਪਾਂ ਨੂੰ ਬਹੁਤ ਸਮਾਂ ਹੋ ਗਿਆ ਆਇਆਂ ਨੂੰ। ਧਰਤੀ ਦੀ ਸੈਰ ਕਰਨ ਵਾਸਤੇ, ਦੇਸ਼ਾਂ ਦੇਸ਼ਾਂਤਰਾਂ ਦਾ ਰਟਨ ਕਰਨ ਵਾਸਤੇ ਆਪਾਂ ਚੱਲੀਏ। ਹਾਲਾਂਕਿ ਜਗਤ ਨੂੰ ਤਾਰਨਾ ਹੈ। ਸਤਿਗੁਰੂ ਦਾ ਉਦੇਸ਼ ਜਿਹੜਾ ਜਾਣਦਾ ਉਹ ਲੋਕਾਂ ਨੂੰ ਤਾਰਨ ਵਾਸਤੇ, ਪਰ ਫਿਰ ਵੀ ਸੂਖਸ਼ਮ ਮਾਤਰ ਵੀ ਹਉਮੈ ਨਹੀਂ ਕਿ ਅਸੀਂ ਲੋਕਾਂ ਨੂੰ ਤਾਰਨ ਜਾਣਾ ਹੈ। ਇਹੀ ਬਚਨ ਕਰਦੇ ਹੈ, ਇਹੀ ਗੁਰੂ ਕੇ ਸਿੱਖਾਂ ਨੂੰ ਦੋਵਾਂ ਨੂੰ, ਭਾਈ ਬਾਲੇ ਤੇ ਮਰਦਾਨੇ ਨੂੰ ਸਤਿਗੁਰੂ ਨੇ ਬਚਨ ਕੀਤੇ ਕਿ ਆਪਾਂ ਸੈਰ ਸਪਾਟਾ ਕਰਨ ਚੱਲੀਏ। ਵਾਹਿਗੁਰੂ ਪਰਮੇਸ਼ਰ ਨੇ ਜਿਹੜੀ ਇਹ ਰਚਨਾ ਰਚੀ ਆ, ਅਨੇਕਾਂ ਜੂਨਾਂ ਸੰਸਾਰ ਵਿੱਚ ਪੈਦਾ ਕੀਤੀਆਂ ਹਨ। ਔਰ ਕਿੰਨੇ ਥਾਵਾਂ ਦੇ ਵਿੱਚ ਕਿੰਨੇ ਮਨੁੱਖ ਵਸਦੇ ਆ, ਸਭ ਦੇ ਵੱਖੋ ਵੱਖਰੇ ਸੁਭਾਅ ਹਨ। ਕਿਤੇ ਮਨੁੱਖਾਂ ਦਾ ਵਾਸਾ ਹੈ ਤੇ ਕਿਤੇ ਰਾਖਸ਼ਾਂ ਦਾ ਨਿਵਾਸ ਹੈ। ਨਰ ਭੱਖੀ ਲੋਕ ਰਹਿੰਦੇ ਹਨ। ਕਿਤੇ ਕਿਸ ਜਗ੍ਹਾ ਦੇ ਉੱਤੇ ਧਰਮੀ ਲੋਕ ਰਹਿੰਦੇ ਆ ਤੇ ਕਿਤੇ ਬਹੁਤ ਪਾਪੀ ਲੋਕਾਂ ਦਾ ਵਾਸਾ ਹੈ। ਕਿਤੇ ਲੋਕ ਬੜੇ ਸੁੱਖ ਆਰਾਮ ਨਾਲ ਰਹਿੰਦੇ ਆ, ਸੁਖੀ ਰਹਿੰਦੇ ਆ, ਤੇ ਕਿਤੇ ਬਹੁਤੇ ਦੁਖੀ ਹੋਏ ਰਹਿੰਦੇ ਹਨ। ਕਿਤੇ ਤਾਂ ਵੇਦਾਂ ਸ਼ਾਸਤਰਾਂ ਦੇ ਪੜ੍ਹ ਕੇ ਬਚਨ ਤੇ ਉਹਨਾਂ ਦੀ ਵਿਚਾਰ ਕਰਦੇ ਆ, ਕਥਨ ਕਰਦੇ ਹਨ ਲੋਕ। ਕਿਤੇ ਕੁਰਾਨ ਪੜ੍ਹੇ ਜਾ ਰਹੇ ਆ ਤੇ ਕਿਤੇ ਤੁਰਕ ਮੁਸਲਮਾਨ ਜਿਹੜੇ ਆ ਉਹ ਕੁਰਾਨ ਪੜ੍ਹ ਰਹੇ ਆ। ਕੋਈ ਕੁਰਾਨ ਮਜੀਦ, ਕੋਈ ਕੁਰਾਨ ਹਦੀਸ ਪੜ੍ਹਦਾ ਹੈ। ਔਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਬੋਲੀਆਂ ਹਨ। ਚਲੋ ਭਾਈ ਮਰਦਾਨਾ, ਭਾਈ ਬਾਲਾ, ਸਾਨੂੰ ਇਹ ਦੇਖਣ ਦੀ ਇੱਛਾ ਹੈ। ਸਤਿਗੁਰੂ ਜੀ ਦੇ ਬਚਨ ਸੁਣ ਕੇ ਭਾਈ ਮਰਦਾਨਾ ਜੀ ਕਹਿਣ ਲੱਗੇ, ਹੇ ਸਤਿਗੁਰੂ ਨਾਨਕ ਦੇਵ ਜੀ, ਆਪ ਪਰਮੇਸ਼ਰ ਹੋ, ਸਰਬ ਕਲਾ ਸਮਰੱਥ ਸ਼ਕਤੀਵਾਨ ਹੋ।
ਤੇ ਸਾਰੇ ਗੁਣਾਂ ਦਾ ਭੰਡਾਰਾ ਹੋ। ਜੈ ਇੱਛਾ ਤਮ ਚਲੋ ਅਗਾਰੀ। ਮਹਾਰਾਜ ਸੱਚੇ ਪਾਤਸ਼ਾਹ, ਜਿੱਥੇ ਆਪ ਜੀ ਦੀ ਇੱਛਾ ਹੋਵੇ ਆਪ ਜੀ ਚੱਲੋ ਅੱਗੇ ਅੱਗੇ। ਆਉ ਰਾਜ ਰਖੀ ਸਦਾ ਪਿਛਾਰੀ। ਮਹਾਰਾਜ ਅਸੀਂ ਤਾਂ ਤੁਹਾਡੇ ਸਿੱਖ ਸੇਵਕ ਹਾਂ, ਸਦਾ ਹੀ ਤੁਹਾਡੇ ਪਿੱਛੇ ਚੱਲਦੇ ਹਾਂ। ਤੁਮ ਸੰਤ ਪ੍ਰਭੂ ਕੀ ਸ਼ਰਣੈ ਛੋਰੀ। ਮਹਾਰਾਜ ਤੁਹਾਡੇ ਵਰਗੇ ਪਰਮਾਤਮਾ ਦੇ ਸਰੂਪ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਨੂੰ ਛੱਡ ਕੇ ਪਾਪੋ ਕਹੋ ਅਲੰਗ ਕੋਰੀ। ਅਸੀਂ ਕਿਹਦੀ ਸ਼ਰਨ ਗ੍ਰਹਿਣ ਕਰੀਏ? ਅਸੀਂ ਕਿੱਥੇ ਜਾਣਾ ਹੈ? ਹੋਰ ਕਿਸ ਕੋਲੇ ਜਾਵਾਂਗੇ? ਸੁਨਾ ਗੁਰੂ ਅੰਗਦ ਗਦਦਾਨੀ। ਭਾਈ ਬਾਲਾ ਜੀ ਕਹਿੰਦੇ, ਹੇ ਗੁਰੂ ਅੰਗਦ ਦੇਵ ਮਹਾਰਾਜ ਮੁਕਤੀ ਦੇ ਦਾਤਾ ਜੀ ਸੁਣੋ। ਬੰਦ ਪਾਨ ਪੁਨ ਮੈਂ ਕਹਿ ਬਾਨੀ। ਜਦੋਂ ਭਾਈ ਮਰਦਾਨਾ ਨੇ ਇਹ ਬਚਨ ਕੀਤੇ, ਮਹਾਰਾਜ ਅਸੀਂ ਤੁਹਾਡੇ ਸਿੱਖ ਸੇਵਕ ਤੁਹਾਡੇ ਅਨੁਸਾਰੀ ਹਾਂ, ਜਿੱਧਰ ਨੂੰ ਚੱਲੋਗੇ ਅਸੀਂ ਤਾਂ ਤੁਹਾਡੇ ਪਿੱਛੇ ਪਿੱਛੇ ਹੀ ਚੱਲਣਾ ਹੈ। ਆਪ ਜੀ ਅੱਗੇ ਚੱਲੋ, ਅਸੀਂ ਤੁਹਾਡੇ ਨਾਲ ਚੱਲਣ ਨੂੰ ਤਿਆਰ ਹਾਂ। ਉਸ ਵੇਲੇ ਭਾਈ ਬਾਲਾ ਜੀ ਕਹਿੰਦੇ, ਮੈਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਹੱਥ ਬੰਨ੍ਹ ਕੇ ਬੇਨਤੀ ਕੀਤੀ, ਦੀਨ ਦਿਆਲ ਰਾਖ ਨਿਜ ਸਾਥਾ। ਇਹ ਦੀਨਾਂ ਦੇ ਉੱਤੇ ਗਰੀਬਾਂ ਦੇ ਉੱਤੇ ਦਇਆ ਕਰਨ ਵਾਲੇ ਸਤਿਗੁਰੂ ਨਾਨਕ ਦੇਵ ਮਹਾਰਾਜ ਮੈਨੂੰ ਵੀ ਹਮੇਸ਼ਾ ਆਪਣੇ ਸੰਗ ਸਾਥ ਰੱਖੋ। ਤੁਮ ਸਮ ਦੇਖੋ ਔਰ ਨ ਨਾਥਾ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਮੈਂ ਆਪ ਜੀ ਦੇ ਸਮਾਨ, ਆਪ ਜੀ ਦੇ ਬਰਾਬਰ ਹੋਰ ਕਿਸੇ ਨੂੰ ਆਪਣਾ ਮਾਲਕ ਨਹੀਂ ਜਾਣਦਾ। ਸੁਨ ਕੈ ਬਚਨ ਪ੍ਰਸੀਦ ਦਸਾਲਾ। ਇਉਂ ਸਾਡੇ ਦੋਵਾਂ ਤੋਂ ਬਚਨ ਸੁਣ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਅਤਿਅੰਤ ਪ੍ਰਸੰਨ ਹੋਏ। ਭਈ ਪਦੋਖ ਉਠੇ ਤੇ ਕਾਲਾ। ਸੰਧਿਆ ਦਾ ਸ਼ਾਮ ਦਾ ਸਮਾਂ ਹੋਇਆ ਤੇ ਉੱਠ ਖੜੇ ਹੋਏ। ਆਏ ਨਿਕਲ ਨਗਰ ਵਿਖੇ ਨਿਜ ਜਪ ਸਦਨਾ। ਨਗਰ ਰਾਏ ਭੋਏ ਦੀ ਤਲਵੰਡੀ ਵਿਖੇ ਸਤਿਗੁਰੂ ਸਾਹਿਬ ਜੀ ਆਪਣੇ ਘਰ ਆ ਗਏ। ਪਰਫੁੱਲਤ ਅਰਬਿੰਦ ਸੁਪਦਨਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਕਮਲ ਵਰਗਾ ਸੋਹਣਾ ਮੁਖ ਖਿੜਿਆ ਹੋਇਆ ਹੈ। ਸਵਈਆ ਬੈਨ ਗਏ ਨਿਜ ਧਾਮ ਵਿਖੇ। ਜਦੋਂ ਅਸੀਂ ਆਪੋ ਆਪਣੇ ਘਰੇ ਜਾ ਕੇ ਭਾਈ ਮਰਦਾਨਾ ਨੇ ਵੀ ਤੇ ਭਾਈ ਬਾਲਾ ਜੀ ਕਹਿੰਦੇ ਮੈਂ ਵੀ ਆਪਣੇ ਘਰ ਵਿੱਚ ਜਾ ਕੇ ਇਹ ਬਚਨ ਦੱਸੇ ਅਬ ਨਾਨਕ ਜੀ ਚਲਵੇ ਪਿਤ ਤਿਆਰਾ। ਕਿ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਣ ਕਿਸੇ ਪਾਸੇ ਜਾਣ ਲਈ ਤਿਆਰਾ ਕੀਤਾ ਹੈ। ਸੰਗ ਚਲੇ ਤਨ ਕੇ ਹਮ ਤਾਸ਼ਨ। ਜਦੋਂ ਸਤਿਗੁਰੂ ਜੀ ਜਾਣਗੇ ਅਸੀਂ ਵੀ ਉਹਨਾਂ ਦੇ ਨਾਲ ਜਾਵਾਂਗੇ, ਪ੍ਰੀਤ ਵਿਚਾਰ ਦਿਆਲ ਉਦਾਰਾ। ਕਿਉਂਕਿ ਸਤਿਗੁਰੂ ਸਾਨੂੰ ਬਹੁਤ ਪ੍ਰੇਮ ਕਰਦੇ ਆ ਤੇ ਸਾਡਾ ਵੀ ਸਤਿਗੁਰੂ ਜੀ ਦੇ ਨਾਲ ਉਦਾਰ ਸਖੀ ਦਾਤੇ ਦਇਆ ਦੇ ਘਰ ਸਤਿਗੁਰੂ ਨਾਲ ਬਹੁਤ ਪਿਆਰ ਹੈ। ਜਾਂ ਸੁਧ ਪੀਜਬ ਸ੍ਰੀ ਗੁਰ ਆਲੇ। ਜਦੋਂ ਅਸੀਂ ਆਪੋ ਆਪਣੇ ਘਰੇ ਦੱਸਿਆ, ਭਾਈ ਮਰਦਾਨੇ ਨੇ ਆਪਣੇ ਘਰ ਤੇ ਭਾਈ ਬਾਲਾ ਜੀ ਕਹਿੰਦੇ ਮੈਂ ਆਪਣੇ ਘਰ, ਗੱਲ ਚੱਲਦੀ ਚੱਲਦੀ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਪਹੁੰਚ ਗਈ। ਜਦੋਂ ਮਾਤਾ ਪਿਤਾ ਨੂੰ ਪਤਾ ਲੱਗਿਆ, ਮਾਤ ਪਿਤਾ ਸੁਭ ਦੇਹ ਵਿਸਾਰਾ। ਮਾਤਾ ਪਿਤਾ ਬਹੁਤ ਦੁਖੀ ਹੋ ਗਏ। ਖਬਰ ਸੁੱਧ ਸਾਰੀ ਇਹਨਾਂ ਨੇ ਵਿਸਾਰ ਦਿੱਤੀ ਆਪਣੀ। ਚਿੰਤ ਕਦੀ ਉਰੇ ਅੰਤਰ ਭੂਰ। ਹਿਰਦੇ ਦੇ ਵਿੱਚ ਬਹੁਤ ਚਿੰਤਾ ਵੱਧ ਗਈ। ਨਿਰੰਤਰ ਦੀਨ ਚਲੇ ਨੇ ਚਾਰਾ। ਨਿਰੰਤਰ ਇੱਕ ਰਾਸੀ ਦੀਨ ਨਿਮਾਣੇ ਨਿਤਾਣੇ ਜੇ ਹੋ ਗਏ, ਬੇਬਸ ਹੋ ਗਏ, ਕੋਈ ਚਾਰਾ ਨਹੀਂ ਚੱਲਦਾ ਇਹਨਾਂ ਦਾ। ਰਾਏ ਗੁਲਾਰ ਵਾਸ ਗਏ ਤੈ। ਉਸ ਵੇਲੇ ਸਤਿਗੁਰੂ ਸਾਹਿਬ ਜੀ ਦੇ ਮਾਤਾ ਪਿਤਾ ਰਾਏ ਬੁਲਾਰ ਦੇ ਘਰ ਚਲੇ ਗਏ। ਜਾਵਤੀ ਕੋ ਰੁਦਨ ਕੀਨੋ। ਜਾ ਕੇ ਇਹਨਾਂ ਨੇ ਬੜਾ ਰੋਣਾ ਕਰਲਾਉਣਾ ਕੀਤਾ। ਸ੍ਰੀ ਗੁਰ ਕੀ ਜਨਨੀ ਉਰੇ ਆਤੁਰ। ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਨਮ ਦੇਣ ਵਾਲੀ ਮਾਤਾ ਤ੍ਰਿਪਤਾ ਜੀ ਬਹੁਤ ਦੁਖੀ ਹੈ। ਆਦ ਗਇਓ ਪਿਤ ਭਰਾਤ ਸੋ ਕੀਨੋ। ਨਾਲ ਪਿਤਾ ਮਹਿਤਾ ਕਾਲੂ ਜੀ ਵੀ ਦੁਖੀ ਹੋ ਕੇ ਗਏ ਆ ਤੇ ਨਾਲ ਉਹਨਾਂ ਦਾ ਭਰਾ ਸਤਿਗੁਰੂ ਜੀ ਦਾ ਚਾਚਾ ਲਾਲੂ ਵੀ ਗਿਆ ਹੈ। ਹੋਏ ਅਧੀਨ ਕਏ ਮੁਖ ਸੋ ਬਚਨ। ਬਹੁਤ ਹੀ ਅਧੀਨਗੀ ਦੇ ਸਹਿਤ, ਨਿਮਰਤਾ ਦੇ ਸਹਿਤ ਮੁਖੋਂ ਬਚਨ ਆਖੇ। ਨਾਨਕ ਧਾਮ ਰਖੋ ਜਗ ਚੀਨੋ। ਇਹ ਰਾਏ ਬੁਲਾਰ ਜੀ, ਸਤਿਗੁਰੂ ਨਾਨਕ ਦੇਵ ਜੀ ਦਾ ਤੁਹਾਡੇ ਨਾਲ ਬਹੁਤ ਪਿਆਰ ਹੈ ਸਾਡੇ ਪੁੱਤਰ ਦਾ। ਜਿਵੇਂ ਤੁਹਾਨੂੰ ਠੀਕ ਲੱਗੇ, ਜਿਵੇਂ ਵੀ ਰੱਖ ਸਕਦੇ ਹੋ, ਉਹਨਾਂ ਨੂੰ ਘਰ ਰੱਖੋ, ਜਾਣ ਨਾ ਦਿਓ ਕਿਤੇ। ਜਾਉ ਕੈ ਸਵਾਸ ਲਿਓ ਜਬਈ ਸੁਨਾ। ਇਉਂ ਕਹਿ ਕੇ ਜਦੋਂ ਠੰਡਾ ਹੌਕਾ ਭਰਿਆ ਇਹਨਾਂ ਨੇ, ਰਾਏ ਤਬੈ ਕਰਨਾ ਰਸ ਪੀਨੋ। ਉਸ ਵੇਲੇ ਰਾਏ ਬੁਲਾਰ ਨੂੰ ਵੀ ਬੜਾ ਤਰਸ ਆਇਆ ਇਹਨਾਂ ਦੇ ਉੱਤੇ। ਮਾਤਾ ਪਿਤਾ ਦੇ ਮੋਹ ਨੂੰ ਦੇਖ ਕੇ ਇਹ ਵੀ ਕਰਨਾ ਰਸ ਵਿੱਚ ਭਿੱਜ ਗਿਆ। ਭਈ ਅੰਗ ਛੰਦ
ਤਬੈ ਰਾਏ ਭੇਜਿਓ ਵੇਦਾ ਸੁਦਾਸ। ਉਸ ਵੇਲੇ ਰਾਏ ਬੁਲਾਰ ਨੇ ਆਪਣਾ ਇੱਕ ਦਾਸ ਨੌਕਰ ਜਿਹਦਾ ਨਾਮ ਉਮੇਦਾ ਹੈ ਸਤਿਗੁਰੂ ਨਾਨਕ ਦੇਵ ਜੀ ਵੱਲ ਭੇਜਿਆ। ਤਬਾ ਤਾਤ ਕਾਲੂ ਜਿਵ ਜਬ ਸੋ ਪਾਸੂ। ਕਹਿਣ ਲੱਗਾ ਜਿੱਥੇ ਨਾਨਕ ਤਪਾ ਸਤਿਗੁਰੂ ਨਾਨਕ ਦੇਵ ਮਹਾਰਾਜ ਮਹਿਤਾ ਕਾਲੂ ਦੇ ਪੁੱਤਰ ਹਨ ਉਹਨਾਂ ਦੇ ਕੋਲ ਜਾਓ। ਕਰੋ ਬੰਦਗੀ ਜਾਏ ਆਗੇ ਘਨੇਰੀ। ਉਹਨਾਂ ਦੇ ਅੱਗੇ ਜਾ ਕੇ ਮੇਰੇ ਵੱਲੋਂ ਨਮਸਕਾਰ ਕਰਕੇ ਬੇਨਤੀ ਕਰੋ। ਦਇਆ ਧਾਰ ਦੀਦਾਰ ਦੀਜੈ ਬਦੇਰੀ। ਇਹ ਮਹਾਰਾਜ ਬੇਦੇਰੀ ਬਿਨਾ ਦੇਰੀ ਤੋਂ ਆਪ ਜੀ ਦਇਆ ਕਰਕੇ ਮਿਹਰ ਕਰਕੇ ਦਰਸ਼ਨ ਦਿਓ ਮੈਨੂੰ। ਮੇਦਾ ਗਇਓ ਬੇਦ ਪਾਣੀ ਆਈ। ਰਾਏ ਬੁਲਾਰ ਦੀ ਆਗਿਆ ਪਾ ਕੇ ਇਹਦਾ ਨੌਕਰ ਉਮੇਦਾ ਬੜੀ ਜਲਦੀ ਦੇ ਨਾਲ ਸਤਿਗੁਰੂ ਸਾਹਿਬ ਜੀ ਕੋਲ ਪਹੁੰਚਿਆ ਤੇ ਜਾ ਕੇ ਬੇਨਤੀ ਕੀਤੀ। ਤਬਾ ਜੀ ਤੁਮੈ ਬੰਦਗੀ ਰਾਏ ਗਾਈ। ਹੇ ਨਾਨਕ ਤਪਾ ਜੀ ਤੁਹਾਡੇ ਚਰਨਾਂ ਵਿੱਚ ਬਾਰ-ਬਾਰ ਨਮਸਕਾਰਾਂ ਰਾਏ ਬੁਲਾਰ ਨੇ ਕੀਤੀਆਂ ਹਨ ਤੇ ਨਾਲ ਇਹ ਬੇਨਤੀ ਕਰਨ ਹਿਤ ਮੈਨੂੰ ਭੇਜਿਆ ਹੈ। ਰਾਏ ਬੁਲਾਰ ਨੇ ਬੇਨਤੀ ਕੀਤੀ ਹੈ ਮਹਾਰਾਜ ਇੱਕ ਵਾਰੀ ਆ ਕੇ ਮੈਨੂੰ ਦਰਸ਼ਨ ਦੀਦਾਰੇ ਬਖਸ਼ੋ। ਫਿਰ ਆਪ ਜੀ ਦਾ ਜਿੱਧਰ ਵੀ ਜਾਣ ਦਾ ਵਿਚਾਰ ਹੈ ਮਨ ਹੈ ਆਪ ਜੀ ਚਲੇ ਜਾਣਾ। ਇਉਂ ਬੇਨਤੀ ਸੁਣ ਕੇ ਰਾਏ ਬੁਲਾਰ ਦੀ ਉਮੇਦੇ ਸੇਵਕ ਦੇ ਰਾਹੀਂ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣਾ ਆਸਨ ਛੱਡਿਆ ਤੇ ਉਹਦੇ ਨਾਲ ਚੱਲ ਪਏ। ਦੇਖੋ ਜਿੱਥੇ ਕੋਈ ਪ੍ਰੇਮ ਨਾਲ ਚੇਤੇ ਕਰਦਾ ਸਤਿਗੁਰੂ ਜੀ ਦਾ ਸ਼ਰਧਾਲੂ ਆ ਰਾਏ ਬੁਲਾਰ ਉਹਦੇ ਇੱਕੇ ਬਚਨ ਦੇ ਉੱਤੇ ਹੀ ਇੱਕ ਸੁਨੇਹੇ ਦੇ ਉੱਤੇ ਸਤਿਗੁਰੂ ਨਾਨਕ ਦੇਵ ਜੀ ਉੱਠ ਕੇ ਤੁਰ ਪਏ। ਰਾਏ ਬੁਲਾਰ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਇਹਨੇ ਆਉਂਦਿਆਂ ਦੇਖਿਆ ਬੜਾ ਇਹਨੇ ਸੁੱਖ ਪ੍ਰਾਪਤ ਕੀਤਾ ਆਨੰਦ ਦੇ ਵਿੱਚ ਖੀਵਾ ਹੋਇਆ। ਜਦੋਂ ਆਪਣੇ ਪ੍ਰੀਤਮ ਦਾ ਆਪਣੇ ਪਿਆਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਰੂਪ ਦੇਖਿਆ ਚਿਹਰਾ ਤੱਕਿਆ ਦਰਸ਼ਨ ਕੀਤੇ। ਉਸ ਵੇਲੇ ਆਪਣੇ ਪਲੰਘੇ ਤੋਂ ਆਪਣੇ ਆਸਣ ਤੋਂ ਸਤਿਕਾਰ ਵਜੋਂ ਰਾਏ ਬੁਲਾਰ ਉੱਠ ਕੇ ਖੜਾ ਹੋ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਉਹਦੇ ਢੇਗੇ ਦੇ ਨੇੜੇ ਪਹੁੰਚੇ ਤਾਂ ਜਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਨੂੰ ਰੋਕ ਦਿੱਤਾ। ਬਜ਼ੁਰਗ ਜਾਣ ਕੇ ਨਗਰ ਦੇ ਰਾਜੇ ਜਾਣ ਕੇ ਆਦਰ ਸਤਿਕਾਰ ਕਰਦਿਆਂ ਰੋਕ ਦਿੱਤਾ ਕਿ ਤੁਸੀਂ ਉੱਠੋ ਨਾ। ਬੰਧਨ ਕੀਨ ਅਧੀਨ ਭਇਓ। ਇਹ ਰਾਜੇ ਨੇ ਰਾਏ ਬੁਲਾਰ ਨੇ ਸਤਿਗੁਰੂ ਜੀ ਨੂੰ ਨਮਸਕਾਰ ਕੀਤੀ ਬਹੁਤ ਅਧੀਨਗੀ ਬਹੁਤ ਨਿਮਰਤਾ ਦੇ ਸਹਿਤ ਹੋਇਆ। ਸਤਿਗੁਰੂ ਜੀ ਨੂੰ ਆਪਣੇ ਮੁਖੋਂ ਬੇਨਤੀ ਕਰਕੇ ਉੱਚੀ ਜਗ੍ਹਾ ਤੇ ਸਤਿਕਾਰ ਸਹਿਤ ਬਿਠਾਇਆ। ਫਿਰ ਬੇਨਤੀ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਤਾਤ ਤੇ ਮਾਤ ਆਪ ਜੀ ਦੇ ਪਿਤਾ ਜੀ ਅਤੇ ਮਾਤਾ ਜੀ ਦੇਖੋ ਕਿਵੇਂ ਬਿਰਹਾ ਵਿਛੋੜੇ ਦੇ ਦੁੱਖ ਦੇ ਕਾਰਨ ਬੜੇ ਦੁਖੀ ਹੋਏ ਹਨ। ਸਾਗਰ ਮੋਹ ਮੈਂ ਹੋਇ ਮਗਨਾਈ। ਔਰ ਮੋਹ ਦੇ ਸਾਗਰ ਦੇ ਵਿੱਚ ਮੋਹ ਦੇ ਸਮੁੰਦਰ ਦੇ ਵਿੱਚ ਡੁੱਬੇ ਪਏ ਆ ਕਿਉਂਕਿ ਸਾਧ ਸੰਗਤ ਜੀ ਮੋਹ ਦਾ ਸਮੁੰਦਰ ਹੈ ਹੀ ਐਸਾ ਜਿਹੜਾ ਬੰਦਾ ਡੁੱਬ ਜਾਏ ਨਾ ਨਿਕਲਣਾ ਬੜਾ ਮੁਸ਼ਕਲ ਹੈ ਉਹਦੇ ਵਾਸਤੇ। ਸਤਿਗੁਰੂ ਜੀ ਦੇ ਮਾਤਾ ਪਿਤਾ ਜੀ ਦੁਨਿਆਵੀ ਬਿਰਤੀ ਰੱਖਦੇ ਆਪਣਾ ਪੁੱਤਰ ਹੀ ਸਮਝਦੇ ਆ ਇਸ ਕਰਕੇ ਮੋਹ ਦੇ ਸਾਗਰ ਵਿੱਚ ਡੁੱਬੇ ਹੋਏ ਹਨ। ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਦਾ ਮੋਹ ਦੇ ਸਾਗਰ ਵਿੱਚੋਂ ਪਾਰ ਉਤਾਰਾ ਕਿਵੇਂ ਹੋਵੇ ਕਿਵੇਂ ਨਿਕਲਣ ਕਿਵੇਂ ਇਹ ਤਰਨ ਕਿਉਂਕਿ ਤੁਹਾਡੇ ਬਿਨਾਂ ਇਹਨਾਂ ਦਾ ਕੋਈ ਅਲੰਬ ਆਸਰਾ ਨਹੀਂ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜਾਣਤ ਹੋ ਸਭ ਪੀਰ ਪਰਾਈ ਆਪ ਜੀ ਤਾਂ ਸਾਰਿਆਂ ਦੀ ਪੀੜਾ ਨੂੰ ਸਾਰਿਆਂ ਦੇ ਦੁੱਖਾਂ ਦਰਦਾਂ ਨੂੰ ਜਾਣਨ ਵਾਲੇ ਹੋ। ਫਿਰ ਵੀ ਮਹਾਰਾਜ ਮੈਂ ਤਾਂ ਬੇਨਤੀ ਕਰ ਸਕਦਾ ਆਪ ਜੀ ਨੂੰ ਕੁਝ ਕਹਿ ਨਹੀਂ ਸਕਦੇ। ਜੇਕਰ ਫਿਰ ਵੀ ਜਾਣਾ ਚਾਹੁੰਦੇ ਹੋ ਤੇ ਫਿਰ ਆਪ ਜੀ ਕਿਰਪਾ ਕਰ ਦਿਓ ਜਿਵੇਂ ਮੇਰੇ ਤੇ ਕਿਰਪਾ ਕੀਤੀ ਆ ਹੋਰ ਸਿੱਖ ਸੇਵਕਾਂ ਦੇ ਉੱਤੇ ਕਿਰਪਾ ਕੀਤੀ ਹੈ ਇਹਨਾਂ ਨੂੰ ਵੀ ਗਿਆਨ ਦੇ ਜਹਾਜ਼ੇ ਚਾੜ ਦਿਓ। ਤਾਂ ਕਰਕੇ ਇਹ ਮੋਹ ਦੀਆਂ ਜਿਹੜੀਆਂ ਕਲੋਲਾਂ ਤਰੰਗਾਂ ਨਾ ਛੱਲਾਂ ਵੱਜ ਰਹੀਆਂ ਮੋਹ ਰੂਪੀ ਸਮੁੰਦਰ ਦੇ ਵਿੱਚ
ਇਹ ਪਾਰ ਲੰਘ ਜਾਣ ਉਹਦੇ ਵਿੱਚੋਂ, ਮੋਹ ਇਹਨਾਂ ਦਾ ਮੇਟ ਦਿਓ। ਮਹਾਰਾਜ ਇਹਨਾਂ ਨੂੰ ਵੀ ਗਿਆਨ ਦੀ ਦਾਤ ਬਖਸ਼ੋ, ਮਾਤਾ ਪਿਤਾ ਨੂੰ। ਨਾਤਰ ਹੋ ਕਰ ਤੀਰ ਮਿਲੋ ਤੁਮਾਰ। ਜੇ ਮਹਾਰਾਜ ਆਪ ਜੀ ਗਿਆਨ ਦੀ ਦਾਤ ਨਹੀਂ ਬਖਸ਼ਣਾ ਚਾਹੁੰਦੇ, ਆਪ ਜੀ ਦੀ ਰਜ਼ਾ ਨਹੀਂ ਹੈ, ਤੇ ਫਿਰ ਮਹਾਰਾਜ ਆਪ ਜੀ ਇਹਨਾਂ ਦੇ ਤੀਰ ਮਿਲੋ, ਇਹਨਾਂ ਦੇ ਕਿਨਾਰਾ ਜਿਵੇਂ ਸਮੁੰਦਰ ਦਾ ਮਿਲ ਜਾਂਦਾ ਹੈ, ਇਵੇਂ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਇਹਨਾਂ ਦੇ ਕੋਲ ਰਹੋ ਹਮੇਸ਼ਾ, ਧੀਰ ਸਰੀਰ ਧਰੈ ਸੁਖ ਪਾਈ। ਤਾਂ ਕਿ ਤੁਹਾਡੇ ਮਾਤਾ ਪਿਤਾ ਜਿਹੜੇ ਆਪਣੇ ਇਕੱਲੇ ਇਕੱਲੇ ਪੁੱਤ ਦੇ ਵਿਛੋੜੇ ਵਿੱਚ ਤੜਫਦੇ ਆ, ਇਹਨਾਂ ਨੂੰ ਧੀਰਜ ਆਵੇ, ਹੌਸਲਾ ਹੋਵੇ ਇਹਨਾਂ ਨੂੰ, ਔਰ ਸਰੀਰ ਕਰਕੇ ਵੀ ਇਹ ਸੁੱਖ ਪ੍ਰਾਪਤ ਕਰਨ। ਰਾਏ ਜੀ ਕਾਜ ਜਾਨ ਕੋ ਜਾਨੋ। ਉਸ ਵੇਲੇ ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਰਾਏ ਬੁਲਾਰ ਜੀ, ਕੰਮ ਹੀ ਐਸਾ ਕਿ ਸਾਨੂੰ ਜਾਣਾ ਹੀ ਪੈਣਾ ਹੈ। ਗਿਆਨ ਬਖਾਨ ਤੇ ਆਨੰਦ ਜੋਈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਆਪਣੇ ਮੁਖਾਰਬਿੰਦ ਤੋਂ, ਜਿਹੜੇ ਹਮੇਸ਼ਾ ਹੀ ਆਪਣੇ ਮੁਖਾਰਬਿੰਦ ਤੋਂ ਗਿਆਨ ਦੀ ਬਖਸ਼ਿਸ਼ ਕਰਦੇ ਆ, ਕਹਿੰਦੇ ਰਾਏ ਬੁਲਾਰ ਜੀ ਜ਼ਰੂਰੀ ਕਾਰਜ ਹੈ ਜਿਸ ਕਰਕੇ ਜਾਣਾ ਪਵੇਗਾ। ਪਾਏ ਸਮਾ ਹੋਏ ਜਾਮੈ ਪ੍ਰਾਪਤ। ਸੋ ਜਿਹੜਾ ਤੁਸੀਂ ਦੂਜਾ ਵਚਨ ਕੀਤਾ ਕਿ ਆਪਣੇ ਮਾਤਾ ਪਿਤਾ ਨੂੰ ਵੀ ਬ੍ਰਹਮ ਗਿਆਨ ਦੀ ਦਾਤ ਬਖਸ਼ ਦਿਓ, ਕਹਿੰਦੇ ਹਾਲੇ ਸਮਾਂ ਨਹੀਂ ਆਇਆ, ਕੁਝ ਸਮਾਂ ਰਹਿੰਦਾ ਹੈ, ਜਦੋਂ ਸਮਾਂ ਆਵੇਗਾ ਤੇ ਇਹ ਵੀ ਗਿਆਨ ਨੂੰ ਪ੍ਰਾਪਤ ਕਰ ਲੈਣਗੇ। ਪਾਰ ਪਰੈ ਪਲ ਬੰਧਨ ਹੋਈ। ਸੰਸਾਰ ਸਮੁੰਦਰ ਤੋਂ ਪਾਰ ਹੋਣ ਦੀ ਜੁਗਤੀ ਇਹਨਾਂ ਨੂੰ ਵੀ ਮਿਲ ਜਾਏਗੀ, ਪਾਰ ਹੋ ਜਾਣਗੇ, ਸੰਸਾਰ ਸਾਗਰ ਦੇ ਬੰਧਨਾਂ ਨੂੰ ਖੋ ਲੈਣਗੇ, ਨਾਸ਼ ਕਰ ਲੈਣਗੇ। ਨੌਕਾ ਸੋ ਮੇਲ ਬਨਿਓ ਜਗ ਮਾਏ। ਕਿਉਂਕਿ ਸੰਸਾਰ ਦੇ ਵਿੱਚ ਤਾਂ ਜਿਵੇਂ ਬੇੜੀ ਵਿੱਚ ਮੁਸਾਫਰ ਇਕੱਠੇ ਹੋਏ ਹੁੰਦੇ ਆ ਨਾ, ਇਉਂ ਸੰਜੋਗ ਬਣਿਆ ਹੋਇਆ ਲੋਕਾਂ ਦਾ, ਸਾਰਿਆਂ ਦਾ। ਸੰਜੋਗ ਵਿਜੋਗ ਸਮੇਸਰ ਹੋਈ। ਸੰਜੋਗ ਹੋਣਾ ਮਿਲਣਾ ਤੇ ਵਿਜੋਗ ਹੋਣਾ ਵਿਛੜਨਾ, ਇਹ ਸਮੇਂ ਅਨੁਸਾਰ ਹੀ ਹੁੰਦਾ, ਸਮੇਂ ਅਨੁਸਾਰ ਹੀ ਮਿਲਾਪ ਹੁੰਦਾ ਹੈ, ਸਮੇਂ ਤੋਂ ਪਹਿਲਾਂ ਨਹੀਂ ਹੋ ਸਕਦਾ, ਤੇ ਸਮੇਂ ਅਨੁਸਾਰ ਹੀ ਵਿਛੜਨਾ ਹੁੰਦਾ ਹੈ। ਗਿਆਨੀ ਸਮਾਨ ਹੈ ਜੁਗ ਤੇ ਜਗ। ਪਰ ਜਿਹੜਾ ਕੋਈ ਗਿਆਨਵਾਨ ਪੁਰਸ਼ ਆ ਨਾ, ਜਿਹਨੂੰ ਇਸ ਗੱਲ ਦੀ ਗਿਆਤ ਹੋ ਗਈ, ਪਰਮੇਸ਼ਰ ਦੇ ਭਾਣੇ ਨੂੰ ਜਿਹਨੇ ਸਮਝ ਲਿਆ, ਉਹ ਤਾਂ ਕਹਿੰਦੇ ਇਹਨਾਂ ਦੋਵਾਂ ਤੋਂ ਸੰਸਾਰ ਦੇ ਵਿੱਚ ਅਲੇਪ ਰਹਿੰਦਾ ਹੈ, ਵੱਖਰਾ ਰਹਿੰਦਾ ਹੈ। ਸ਼ੋਕ ਨਾ ਹੋਵੇ ਹਰ ਕੰਤ ਨਾ ਕੋਈ। ਨਾ ਤਾਂ ਉਹਨੂੰ ਵਿਛੜਨ ਦਾ ਕੋਈ ਗਮ ਹੁੰਦਾ, ਤੇ ਨਾ ਹੀ ਮਿਲਾਪ ਦਾ ਕੋਈ ਬਹੁਤਾ ਸੁੱਖ ਹੁੰਦਾ, ਖੁਸ਼ੀ ਹੁੰਦੀ ਹੈ। ਰਾਏ ਬਨੇ ਮੁਗਲ ਜੋ ਅਰਬਿੰਦ। ਉਸ ਵੇਲੇ ਰਾਏ ਬੁਲਾਰ ਕਹਿਣ ਲੱਗਾ, ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦਾ ਜਿਹੜਾ ਕਮਲ ਵਰਗਾ ਮੁਖੜਾ ਹੈ, ਦੇਸ਼ ਬਨੀ ਮਕਰੰਦ ਤੁਮਾਰੀ। ਜਿਵੇਂ ਕਮਲ ਦੇ ਫੁੱਲਾਂ ਦੇ ਵਿੱਚ ਸੁਗੰਧੀ ਹੁੰਦੀ ਹੈ, ਮਹਾਰਾਜ ਆਪ ਜੀ ਦੀ ਜਿਹੜੀ ਬਾਣੀ ਹੈ ਸੋਹਣੇ ਕਮਲ ਵਰਗੇ ਮੁਖੜੇ ਤੋਂ ਨਿਕਲਦੀ, ਸੋ ਮਹਾਰਾਜ ਸੱਚੇ ਪਾਤਸ਼ਾਹ ਉਹ ਸੁਗੰਧੀ ਵਤ ਹੈ। ਮੋਹ ਮਨ ਰੀਤ ਮਿਲਿੰਦ ਕੀ ਚਾਹਤ। ਤੇ ਮਹਾਰਾਜ ਮੇਰਾ ਮਨ ਜਿਹੜਾ ਭੌਰੇ ਵਰਗਾ, ਇਹਦੀ ਚਾਹਨਾ ਇੱਛਾ ਹੈ। ਜੇ ਕਰਨਾ ਪ੍ਰਕਾਸ਼ ਤੁਮਾਰੀ। ਜੇਕਰ ਆਪ ਜੀ ਦੀ ਕਿਰਪਾ ਹੋ ਜਾਵੇ, ਚਾਤਕ ਚਿਤ ਸਵਾਦ ਸੀ ਚਾਹਤ ਹੈ। ਜਿਵੇਂ ਚਾਤਰਕ ਬੰਬੀਹਾ ਸਵੰਤੀ ਬੂੰਦ ਨੂੰ ਚਾਹੁੰਦਾ ਹੈ, ਰਸਨਾ ਕੰਸੀ ਪਤ ਭਾਜ ਬਾਰੀ। ਮਹਾਰਾਜ ਉਵੇਂ ਆਪ ਜੀ ਦੀ ਰਸਨਾ ਤੋਂ ਜਿਹੜੇ ਬੱਦਲਾਂ ਦੀਆਂ ਬੂੰਦਾਂ ਵਰਗੇ ਇਹ ਸੁੰਦਰ ਬਚਨ ਬਾਣੀ ਨਿਕਲਦੀ ਹੈ। ਆਪ ਕਰੋ ਫਰਮਾਇਸ਼ ਕੋ ਇੱਕ। ਮਹਾਰਾਜ ਉਸ ਬਾਣੀ ਨੂੰ ਸੁਣਨਾ ਮੇਰਾ ਮਨ ਵੀ ਚਾਹੁੰਦਾ, ਮੈਂ ਸਦਾ ਸੁਣਦਾ ਰਹਾ, ਤੇ ਬਾਕੀ ਮਹਾਰਾਜ ਆਪ ਜੀ ਫਰਮਾਇਸ਼ ਕਰੋ, ਆਪ ਜੀ ਹੁਕਮ ਕਰੋ, ਸੇਵ ਕਰੋ ਸਬਲੀ ਸੋ ਹਮਾਰੀ। ਤਾਂ ਕਿ ਮਹਾਰਾਜ ਮੈਂ ਕੋਈ ਸੇਵਾ ਕਰ ਸਕਾਂ ਆਪ ਜੀ ਦੇ ਬਚਨਾਂ ਮੁਤਾਬਕ, ਮੇਰੇ ਪਦਾਰਥ ਵੀ ਸਫਲੇ ਹੋ ਜਾਣ। ਜਿਵੇਂ ਤੁਸੀਂ ਮੈਨੂੰ ਸਫਲਾ ਕਰ ਦਿੱਤਾ ਨਾ ਉਪਦੇਸ਼ ਦੇ ਕੇ, ਇਸੇ ਤਰ੍ਹਾਂ ਮੈਂ ਇਸ ਇਲਾਕੇ ਦਾ ਰਾਜ ਹਾਂ, ਧਨ ਪਦਾਰਥ ਬਹੁਤ ਹੈ, ਆਪ ਜੀ ਕੋਈ ਮੈਨੂੰ ਸੇਵਾ ਬਖਸ਼ੋ ਤਾਂ ਕਿ ਮੈਂ ਸੇਵਾ ਕਰਕੇ ਸਫਲਾ ਸਮਝਾਂ ਆਪਣੇ ਆਪ ਨੂੰ। ਮੋਤੇ ਨਾ ਸੇਵ ਭਈ ਤੁਮਰੀ ਕਛ। ਕਿਉਂਕਿ ਮਹਾਰਾਜ ਮੇਰੇ ਕੋਲੋਂ ਤੁਹਾਡੀ ਹੁਣ ਤੱਕ ਕੋਈ ਸੇਵਾ ਹੋ ਨਹੀਂ ਸਕੀ ਹੈ। ਇਸ ਕਰਕੇ ਮਹਾਰਾਜ ਮੇਰਾ ਮਨ ਟਿਕਾ ਨਹੀਂ ਪਾਉਂਦਾ, ਪਦਾਰਥ ਬਹੁਤ ਆਪ ਜੀ ਨੇ ਕੋਈ ਵਚਨ ਹੀ ਨਹੀਂ ਕੀਤਾ, ਮੈਨੂੰ ਸੇਵਾ ਦਾ ਮੌਕਾ ਹੀ ਨਹੀਂ ਦਿੱਤਾ। ਆਪ ਜੀ ਕਿਰਪਾ ਕਰਕੇ ਹੁਕਮ ਕਰੋ ਜਿਸ ਕਰਕੇ ਮੇਰਾ ਹਿਰਦਾ ਵੀ ਸਥਿਤ ਹੋ ਜਾਏ, ਟਿਕ ਜਾਵੇ। ਮਹਾਰਾਜ ਆਪ ਜੀ ਬੇਨਤੀ ਮੰਨੋ, ਇੱਥੇ ਰਹੋ ਰਾਏ ਭੋਜ ਦੀ ਤਲਵੰਡੀ ਵਿਖੇ, ਤਾਂ ਕਿ ਮੈਂ ਆਪ ਜੀ ਦੇ ਚਰਨਾਂ ਦੇ ਦਰਸ਼ਨ ਕਰਦਾ ਰਹਾਂ। ਤੇ ਕੰਨਾਂ ਦੇ ਨਾਲ ਆਪ ਜੀ ਦੇ ਬਚਨ ਸੁਣਾ, ਜਿਸ ਕਰਕੇ ਮੇਰਾ ਹਿਰਦਾ
ਹੁਲਾਸ ਵਿੱਚ ਰਹੇ, ਖੇੜੇ ਵਿੱਚ ਆਨੰਦ ਵਿੱਚ ਰਹੇ। ਇਹ ਜਗ ਨਾਇਕ ਹੈ ਗਤ ਦਾਇਕ। ਇਹ ਜਗ ਦੇ ਨਾਇਕ, ਜਗਤ ਦੇ ਮਾਲਕ ਤੇ ਮੁਕਤੀ ਦੇ ਦਾਤੇ ਸਤਿਗੁਰੂ ਜੀ। ਉਹ ਸਭ ਲਾਇਕ ਪ੍ਰੋਖ ਰਹਾਵੈ। ਆਪ ਜੀ ਸਭ ਪ੍ਰਕਾਰ ਕਰਕੇ ਸਮਰੱਥ ਹੋ, ਪਰ ਫਿਰ ਵੀ ਪ੍ਰੋਖ ਰਹਾਵੈ। ਆਪ ਜੀ ਛੁਪੇ ਰਹਿੰਦੇ ਹੋ। ਪੂਰਨ ਰੂਪ ਪ੍ਰਾਤਮ ਪਾਵਨ। ਆਪ ਜੀ ਪਰਮਾਤਮਾ ਦਾ ਪੁਰਾਤਨ ਪਵਿੱਤਰ ਸਰੂਪ ਹੋ, ਪੂਰਨ ਗੁਰੂ ਹੋ। ਸ੍ਰੀ ਪਰਮੇਸ਼ਰ ਮੋਹ ਦਰਸਾਵੈ। ਮਹਾਰਾਜ ਮੇਰੀ ਦ੍ਰਿਸ਼ਟੀ ਦੇ ਵਿੱਚ ਆਪ ਖੁਦਾ ਹੋ। ਸ੍ਰੀ ਗੁਰ ਆਨੰਦ ਬੈਨ ਭਨੈ। ਉਸ ਵੇਲੇ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਆਪਣੇ ਮੁਖੋਂ ਬਚਨ ਆਖੇ। ਜਿਵ ਸ਼ਾਹੇ ਸਰੀਰ ਚੋਂ ਸੰਗ ਹਮਾਰੀ। ਕਹਿਣ ਲੱਗੇ, ਰਾਏ ਬਲਾਰ, ਜੇ ਤੂੰ ਸਾਨੂੰ ਇੰਨਾ ਪ੍ਰੇਮ ਕਰਦਾ ਨਾ ਤਾਂ ਬਚਨ ਸੁਣ। ਜਿਵੇਂ ਕਹਿੰਦੇ ਸਰੀਰ ਦੇ ਨਾਲ ਛਾਂ ਹੁੰਦੀ ਹੈ, ਪਰਛਾਵਾਂ ਹੁੰਦਾ। ਪਰਛਾਵਾਂ ਕਦੇ ਸਰੀਰ ਤੋਂ ਦੂਰ ਹੁੰਦਾ ਭਾਈ, ਉਹ ਹਮੇਸ਼ਾ ਨਾਲ ਹੀ ਰਹਿੰਦਾ। ਇਸੇ ਤਰ੍ਹਾਂ ਕਹਿੰਦੇ ਜਿਵੇਂ ਸਰੀਰ ਦੀ ਛਾਂ ਨਾਲ ਹੁੰਦੀ ਆ ਨਾ, ਰਾਏ ਬਲਾਰ, ਐਵੇਂ ਤੂੰ ਸਦਾ ਸਾਡੇ ਅੰਗ ਸੰਗ ਹੈ। ਨੀਤਰ ਕਰ ਚੀਤ ਕਰ। ਨਿੱਤਾ ਪ੍ਰਤੀ ਤੂੰ ਸਾਡੇ ਹਮੇਸ਼ਾ ਨਾਲ ਹੀ ਰਹਿਣਾ, ਮਨ ਕਰਕੇ ਤੇ ਆਪਣੇ ਮਨ ਨੂੰ ਟਿਕਾਣੇ ਰੱਖ। ਔਰ ਪ੍ਰੀਤ ਭਰਾ ਸ਼ਰਧਾ ਸੋ ਤੁਮਾਰੀ। ਕਿਉਂਕਿ ਤੇਰੇ ਹਿਰਦੇ ਦੇ ਵਿੱਚ ਸ਼ਰਧਾ ਬਹੁਤ ਭਰੀ ਹੋਈ ਹੈ। ਇੱਕ ਸਪੈ ਫਰਮਾਇਸ਼ ਆਇਸ। ਬਾਕੀ ਜਿਹੜੀ ਤੂੰ ਫਰਮਾਇਸ਼ ਦੀ ਗੱਲ ਕਰਦਾ ਹੈ ਵੀ ਮਹਾਰਾਜ ਕੋਈ ਵਚਨ ਕਰੋ, ਫਰਮਾਇਸ਼ ਕਰੋ, ਕਿਹੜਾ ਕੰਮ ਅਸੀਂ ਕਰੀਏ? ਕਹਿੰਦੇ ਭਾਈ ਸਾਡੀ ਫਰਮਾਇਸ਼, ਸਾਡੀ ਮੰਗ ਤਾਂ ਇੱਕ ਰੱਬ ਕੋਲੇ ਹੀ ਹੈ। ਜਾ ਸਮ ਕੋਇ ਨ ਆਨ ਉਦਾਰੀ। ਕਿਉਂਕਿ ਉਸ ਪਰਮਾਤਮਾ ਵਰਗਾ ਕੋਈ ਹੋਰ ਸਖੀ ਦਾਤਾ ਨਹੀਂ ਹੈ। ਆਤਮਾ ਮੇ ਏਕਾ ਰਹਿਨੋ। ਬਾਕੀ ਜਿਹੜਾ ਤੁਸੀਂ ਬਾਰ-ਬਾਰ ਸਾਨੂੰ ਇੱਥੇ ਰਹਿਣ ਦੇ ਲਈ ਬੇਨਤੀਆਂ ਕਰ ਰਹੇ ਹੋ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਇਹ ਵੀ ਸਾਡੇ ਹੱਥ ਵੱਸ ਨਹੀਂ ਹੈ ਇੱਥੇ ਰਹਿਣਾ। ਕਰਤਾਰ ਅਧੀਨ ਲਗੋ ਵਿਦ ਸਾਰੇ। ਕਿਉਂਕਿ ਇਹ ਗੱਲ ਨੂੰ ਚੰਗੀ ਤਰ੍ਹਾਂ, ਚੰਗੇ ਤਰੀਕੇ ਨਾਲ ਜਾਣ ਲਓ ਵੀ ਸਾਰੇ ਪ੍ਰਮਾਤਮਾ ਦੇ ਅਧੀਨ ਹੈਗੇ, ਪ੍ਰਮਾਤਮਾ ਦਾ ਰੂਪ ਹੈ। ਪਰ ਫਿਰ ਵੀ ਸਤਿਗੁਰੂ ਸੱਚੇ ਪਾਤਸ਼ਾਹ ਨਿਮਰਤਾ ਦੇ ਸਹਿਤ ਕਹਿ ਰਹੇ ਹੈ ਕਿ ਅਸੀਂ ਵੀ ਪ੍ਰਮਾਤਮਾ ਦੇ ਭਾਣੇ ਵਿੱਚ ਹਾਂ। ਰਾਏ ਬੁਲਾਰ ਆਨੰਦ ਮੈਂ ਉਪਰ। ਰਾਏ ਬਲਾਰ ਬਹੁਤ ਖੁਸ਼ੀ ਸਹਿਤ ਹੋ ਕੇ ਮੰਦਨ ਕੀਨ ਪਦਮ ਅਰਬਿੰਦ। ਸਤਿਗੁਰੂ ਜੀ ਦੇ ਸੋਹਣੇ ਕਮਲਾ ਵਰਗੇ ਚਰਨਾਂ ਉੱਤੇ ਮੱਥਾ ਟੇਕਦਾ ਹੈ। ਛੋੜ ਗਏ ਭਵ ਬੰਧਨ ਜਾ ਸਕੇ। ਜਿਸ ਰਾਏ ਬਲਾਰ ਦੇ ਸੰਸਾਰ ਦੇ ਸਾਰੇ ਬੰਧਨ ਛੁੱਟ ਗਏ ਹਨ। ਮਤ ਭਇਓ ਮਕਰੰਦ ਮਲਿੰਦ। ਤੇ ਜਿਹੜਾ ਜਿਵੇਂ ਸਾਧ ਸੰਗਤ ਜੀ ਫੁੱਲਾਂ ਦੇ ਉੱਤੇ ਭੌਰਾ ਮਸਤ ਹੁੰਦਾ ਨਾ, ਇਉਂ ਸਤਿਗੁਰੂ ਦੇ ਪ੍ਰੇਮ ਵਿੱਚ ਮਸਤ ਹੋਇਆ ਹੋਇਆ ਹੈ। ਤੇਰਾ ਸਤਿਗੁਰ ਹੋਏ ਰਹਿਓ ਨਿਜ। ਸਤਿਗੁਰੂ ਜੀ ਦੇ ਬਚਨਾਂ ਦਾ ਰਸ ਲੈ ਕੇ, ਉਪਦੇਸ਼ ਦਾ ਰਸ ਲੈ ਕੇ ਹਮੇਸ਼ਾ ਚੁੱਪ ਹੋ ਗਿਆ। ਰੂਪ ਜੋ ਆਦਰ ਦੇ ਸੁਧ ਬਿੰਦੂ। ਔਰ ਜਿਹੜਾ ਇਹਦਾ ਆਪਣਾ ਆਤਮ ਸਰੂਪ ਹੈ, ਉਸ ਵਿੱਚ ਸ਼ੁੱਧ ਹਿਰਦੇ ਦੇ ਵਿੱਚ ਆਪਣੇ ਅਸਲ ਸਰੂਪ ਵਿੱਚ ਧਿਆਨ ਟਿਕਾ ਲਿਆ ਇਸਨੇ। ਪ੍ਰਾਪਤ ਪੂਰਨ ਤਾਂ ਸੁਖ ਕੋ। ਔਰ ਪੂਰਨ ਸੁਖ ਦੀ ਇਸ ਨੂੰ ਪ੍ਰਾਪਤੀ ਹੋਈ ਹੈ। ਕਮਲਾਨਨ ਏਰ ਗੁਰੂ ਜੋ ਗੋਬਿੰਦ। ਸਤਿਗੁਰੂ ਗੋਬਿੰਦ ਰੂਪ ਜਿਹੜੇ ਕਮਲ ਵਰਗਾ ਜਿਨ੍ਹਾਂ ਦਾ ਮੁਖ ਹੈ, ਉਸ ਨੂੰ ਤੱਕ ਕੇ ਕਰਨਾ ਲੋ ਕੀਨ ਨਿਹਾਲ ਕਰਿਓ। ਸਤਿਗੁਰੂ ਜੀ ਨੇ ਇਹਦੇ ਉੱਤੇ ਬਹੁਤ ਕਿਰਪਾ ਕੀਤੀ, ਇਸ ਨੂੰ ਨਿਹਾਲੋਂ ਨਿਹਾਲ ਕੀਤਾ ਹੈ। ਜੇ ਸਮੀਤ ਨ ਹੈ ਬਿਲ ਕੋਈ। ਜਿਸ ਰਾਏ ਬਲਾਰ ਦੇ ਬਰਾਬਰ ਆ ਰਾਏ ਭੋਏ ਤਲਵੰਡੀ ਨਗਰ ਵਿੱਚ ਸਤਿਗੁਰੂ ਜੀ ਦਾ ਹੋਰ ਕੋਈ ਪਿਆਰਾ ਪ੍ਰੇਮੀ ਨਹੀਂ ਹੈ। ਪੁਨ ਹੋਏ ਵਿਦਾ ਤੈ ਉਠ ਸ੍ਰੀ ਗੁਰ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਵਿਦਾਇਗੀ ਲੈ ਕੇ ਉੱਥੋਂ ਉੱਠ ਖੜੇ ਹੋਏ। ਆਏ ਗਏ ਕਰ ਜਾਮਨ ਹੋਈ। ਸਤਿਗੁਰੂ ਜੀ ਆਪਣੇ ਘਰ ਆ ਗਏ, ਰਾਤ ਹੋ ਗਈ। ਵਿਸਰਿਓ ਨਾ ਚਾਹੈ ਕਸਾਤ ਨਹੀਂ ਨਿਜ। ਸਤਿਗੁਰੂ ਸੱਚੇ ਪਾਤਸ਼ਾਹ ਜੀ ਵਿਛੜਨਾ ਤਾਂ ਨਹੀਂ ਚਾਹੁੰਦੇ ਰਾਏ ਬਲਾਰ ਤੋਂ, ਮਾਤਾ ਪਿਤਾ ਦੇ ਕੋਲੋਂ, ਪਰ ਉਹਨਾਂ ਦੇ ਆਪਣੇ ਹੱਥ ਵਸ ਕੁਝ ਨਹੀਂ ਹੈ। ਜਾਗਤ ਸੋਟਕ ਰੂਪ ਲੋਈ। ਸੋ ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਸ ਤਰੀਕੇ ਦੇ ਨਾਲ ਕੋਲੋਂ ਦੇਖਦੇ ਰਹਿਣ, ਦਰਸ਼ਨ ਦਿੰਦੇ ਰਹਿਣ, ਤਰ ਧਿਆਨ ਲਿਓ ਔਰ ਤਾਸ਼ਨ ਮੈਂ। ਉਸ ਵੇਲੇ ਹਿਰਦੇ ਦੇ ਵਿੱਚ ਰਾਏ ਬਲਾਰ ਨੇ ਸਤਿਗੁਰੂ ਸਾਹਿਬ ਜੀ ਦਾ ਧਿਆਨ ਧਾਰ ਲਿਆ। ਸੁਭ ਧਰੁਵ ਕੀਓ ਨਿਜ ਬਾਸਰ ਸੋਈ। ਜਿਵੇਂ ਧਰੂ ਤਾਰਾ ਉਹ ਨਿਸ਼ਚਲ ਆ ਨਾ, ਇੱਕ ਜਗ੍ਹਾ ਟਿਕਿਆ ਰਹਿੰਦਾ, ਆਪਣੀ ਜਗ੍ਹਾ ਨਹੀਂ ਬਦਲਦਾ, ਇਉਂ ਰਾਏ ਬਲਾਰ ਦਾ ਜਿਹੜਾ ਨਿਸ਼ਚਾ ਹੈ
ਰਾਏ ਬੁਲਾਰ ਦਾ ਜਿਹੜਾ ਧਿਆਨ ਹੈ ਸਤਿਗੁਰੂ ਜੀ ਦੇ ਚਰਨਾਂ ਵਿੱਚ ਹਮੇਸ਼ਾ ਦੇ ਲਈ ਦਿਨ ਰਾਤ ਟਿਕ ਗਿਆ ਹੈ। ਦੋਹਰਾ ਕਾਲੂ ਲਾਲੂ ਰਾਏ ਨੇ। ਮਹਿਤਾ ਕਾਲੂ ਜੀ ਅਤੇ ਸਤਿਗੁਰੂ ਜੀ ਦੇ ਚਾਚਾ ਲਾਲੂ ਜੀ ਨੇ ਜਿਸ ਵੇਲੇ ਬੇਨਤੀ ਕੀਤੀ ਸੀ ਰਾਏ ਬੁਲਾਰ ਕੋਲੇ ਆ ਕੇ, ਤਾਂ ਇਹਨਾਂ ਨੂੰ ਰਾਏ ਬੁਲਾਰ ਨੇ ਸਮਝਾਏ ਬਹੁ ਭਾਂਤ। ਬਹੁਤ ਭਾਂਤੀ ਬਹੁਤ ਤਰੀਕਿਆਂ ਦੇ ਨਾਲ ਸਮਝਾਉਣਾ ਕੀਤਾ ਸ੍ਰੀ ਨਾਨਕ ਪੂਰਨ ਪੁਰਖ ਕਿ ਸਤਿਗੁਰੂ ਨਾਨਕ ਦੇਵ ਮਹਾਰਾਜ ਸਿਰਫ ਤੁਹਾਡੇ ਪੁੱਤਰ ਨਹੀਂ, ਉਹ ਤੇ ਪੂਰਨ ਪੁਰਖ ਹਨ, ਪਰਮਾਤਮਾ ਦਾ ਰੂਪ ਹਨ ਪਰਮੇਸ਼ਵਰ ਵਿਖਿਆਤ ਔਰ ਵਿਖਿਆਤ ਪ੍ਰਗਟ ਹੀ ਉਹ ਖੁਦਾ ਦਾ ਰੂਪ ਹਨ। ਪੁੰਨ ਵੱਡੇ ਪੂਰਬ ਜਨਮ ਤੁਹਾਡੇ ਪੂਰਬਲੇ ਜਨਮਾਂ ਦੇ ਕੋਈ ਬਹੁਤ ਵੱਡੇ ਪੁੰਨ ਅੱਗੇ ਆਏ ਹਨ। ਕੀਨੇ ਤੁਮਨੇ ਕੋਏ ਤੁਸੀਂ ਪਿਛਲੇ ਜਨਮਾਂ ਵਿੱਚ ਕੋਈ ਬਹੁਤ ਵੱਡੇ ਪੁੰਨ ਕਰਮ ਕੀਤੇ ਹਨ। ਫਲ ਤੇ ਅਸੁਤ ਭਇਓ। ਰਾਏ ਬੁਲਾਰ ਕਹਿੰਦਾ ਮਹਿਤਾ ਕਾਲੂ ਜੀ, ਜਿਸ ਪੁੰਨਾਂ ਦੇ ਪ੍ਰਤਾਪ ਕਰਕੇ ਤੁਹਾਡੇ ਘਰ ਸਤਿਗੁਰੂ ਨਾਨਕ ਦੇਵ ਜੀ ਵਰਗੇ ਪੁੱਤਰ ਆਏ ਹਨ ਸਹਿਜੇ ਸ਼ੁਭਗਤ ਹੋਏ ਔਰ ਸਹਿਜ ਹੀ ਤੁਹਾਡੀ ਸ਼ੁਭ ਗਤੀ ਹੋਵੇਗੀ, ਤੁਹਾਡੀ ਕਲਿਆਣ ਹੋ ਜਾਵੇਗੀ। ਧਨ ਧਨ ਪੁੰਨ ਧਨ ਤੁਮ ਕੁਲ ਧਨ ਹਨ ਤੁਹਾਡੇ ਮਾਤਾ, ਧਨ ਹਨ ਤੁਹਾਡੇ ਪਿਤਾ ਜੀ, ਤੁਸੀਂ ਵੀ ਮਹਿਤਾ ਕਾਲੂ ਜੀ ਧਨ ਹੋ, ਤੁਹਾਡੀ ਆ ਬੇਦੀ ਕੁਲ ਵੀ ਧਨਤਾ ਦੇ ਯੋਗ ਹੈ। ਕੁਲ ਉਧਾਰ ਸਭ ਕੀਨ ਔਰ ਜਿਸ ਕੁਲ ਦੇ ਵਿੱਚ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਆ ਕੇ ਸਾਰੀ ਕੁਲ ਦਾ ਉਧਾਰ ਕਰ ਦਿੱਤਾ ਹੈ। ਹਿਰਦੈ ਨ ਭਰਮੋ ਤਨਕ ਭਰ ਹਿਰਦੇ ਦੇ ਵਿੱਚ ਕਹਿੰਦੇ ਰੱਤੀ ਮਾਤਰ ਵੀ ਤੁਸੀਂ ਬਿਲਕੁਲ ਥੋੜੇ ਮਾਤਰ ਵੀ ਭਰਮ ਭੁਲੇਖਾ ਨਾ ਰੱਖੋ ਤੇ ਜਗ ਬੰਧਨ ਕੀਹੀਨ ਔਰ ਤੁਸੀਂ ਤਾਂ ਸੰਸਾਰ ਦੇ ਬੰਧਨਾਂ ਨੂੰ ਕੱਟ ਜਾਓਗੇ, ਬੰਧਨਾਂ ਤੋਂ ਰਹਿਤ ਹੋ ਜਾਓਗੇ। ਸੋਰਠਾ ਚਿਤ ਕੀ ਚਿੰਤ ਵਿਦਾਰ ਆਪਣੇ ਮਨ ਦੀ ਜਿਹੜੀ ਚਿੰਤਾ ਇਹਨੂੰ ਦੂਰ ਕਰ ਦਿਓ। ਕਰੋ ਕਾਜ ਨਿਜ ਸਤਨ ਕੋ ਆਪੋ ਆਪਣੇ ਘਰ ਦੇ ਕੰਮਕਾਰ ਦੇ ਵਿੱਚ ਲੱਗ ਜਾਓ। ਲਖੋ ਸਤ ਅਵਤਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸਤ ਚੇਤਨ ਆਨੰਦ ਸਰੂਪ ਪਾਰ ਬ੍ਰਹਮ ਪਰਮੇਸ਼ਰ ਖੁਦਾ ਦਾ ਅਵਤਾਰ ਜਾਣੋ। ਤੇਰਾ ਬਨ ਕੇ ਕਰ ਨਹੀਂ ਉਹਨਾਂ ਨੂੰ ਵਸ ਦੇ ਵਿੱਚ ਕਰਕੇ ਰੱਖਣਾ, ਇੱਕ ਥਾਂ ਇੱਕ ਜਗ੍ਹਾ ਬੰਨ੍ਹ ਕੇ ਰੱਖਣਾ, ਉਹ ਕਿਸੇ ਦੇ ਵਸ ਵਿੱਚ ਨਹੀਂ, ਕਿਸੇ ਦੇ ਅਖਤਿਆਰ ਨਹੀਂ ਹੈ। ਸਈਆ ਧੀਰ ਤਰੀ ਸੁਨ ਆਏ ਗਏ ਇਉਂ ਧੀਰਜ ਧਾਰ ਕੇ ਸੁਣ ਕੇ ਰਾਏ ਬੁਲਾਰ ਤੋਂ ਬਚਨ ਸਤਿਗੁਰੂ ਜੀ ਦੇ ਮਾਤਾ ਪਿਤਾ ਜੀ ਘਰ ਆ ਗਏ। ਭੋਜਨ ਕੇ ਹਤ ਮਾਤ ਬੁਲਾਵੈ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਵੀ ਘਰ ਪਹੁੰਚ ਗਏ। ਭੋਜਨ ਛਕਾਉਣ ਵਾਸਤੇ ਮਾਤਾ ਜੀ ਨੇ ਆਵਾਜ਼ ਦਿੱਤੀ, ਆਵੋ ਤਾਤ ਅਚੋ ਉਠ ਕੇ ਇਹ ਪੁੱਤਰ ਜੀ ਮੇਰੇ ਕੋਲ ਆਓ, ਉੱਠ ਕੇ ਭੋਜਨ ਛਕ ਲਓ। ਗਮਨੈ ਜਗਮਾਤ ਆਹਾਰ ਕੋ ਖਾਵੈ ਬਾਚਨ ਸੁਣ ਕੇ ਸਤਿਗੁਰੂ ਨਾਨਕ ਦੇਵ ਮਹਾਰਾਜ ਮਾਤਾ ਜੀ ਦੇ ਕੋਲ ਗਏ, ਭੋਜਨ ਛਕਣ ਲੱਗ ਪਏ। ਵੇਦਤ ਹੈ ਕਮਲਾਨਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਕਮਲ ਵਰਗਾ ਚਿਹਰਾ ਮਾਤਾ ਦੇਖਦੀ ਹੈ। ਸੁਖ ਪਾਇ ਹਿਰਦੈ ਜਨਨੀ ਬਲ ਜਾਵੈ ਬੜਾ ਸੁੱਖ ਪ੍ਰਾਪਤ ਕਰਦੀ ਹੈ ਮਾਤਾ, ਹਿਰਦੇ ਵਿੱਚ ਬਲਹਾਰ ਕੁਰਬਾਨ ਜਾਂਦੀ ਹੈ ਸਤਿਗੁਰੂ ਤੋਂ। ਤਾਤ ਨ ਜੋਰ ਹਮਾਰ ਚਲੈ ਕਛ ਕਹਿਣ ਲੱਗੀ ਪੁੱਤਰ ਸਾਡਾ ਕੋਈ ਜ਼ੋਰ ਨਹੀਂ ਚੱਲਦਾ ਤੇਰੇ ਤੇ, ਆਪ ਕਰੋ ਵਿਦ ਜੋ ਮਨ ਭਾਵੈ ਚੱਲ ਜਿਵੇਂ ਜਿਹੜੀ ਵਿਧੀ ਤੈਨੂੰ ਚੰਗੀ ਲੱਗਦੀ ਹੈ, ਜਿਹੜੀ ਮਰਿਆਦਾ ਚੰਗੀ ਲੱਗਦੀ ਹੈ ਉਸੇ ਤਰ੍ਹਾਂ ਹੀ ਕਰ ਲੈ ਫਿਰ। ਦੋਹਰਾ ਦ੍ਰਿਟ ਕਿਰਪਾ ਦ੍ਰਿਟ ਕਰ ਬਚਨ ਬੜੀ ਕਿਰਪਾ ਦ੍ਰਿਸ਼ਟੀ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ਼ੁਭ ਵਚਨ ਕੀਤੇ। ਸ਼ੁਭ ਕਹਿ ਕਹਿ ਹਨ ਗਿਆਨ ਸ਼ੁਭ ਵਚਨ ਕਰਕੇ ਕਿਰਪਾ ਦੇ ਘਰ ਵਿੱਚ ਆ ਕੇ ਸਤਿਗੁਰੂ ਨੇ ਮਾਤਾ ਦਾ ਜਿਹੜਾ ਅਗਿਆਨ ਸੀ ਉਹ ਨਾਸ਼ ਕਰ ਦਿੱਤਾ, ਬ੍ਰਹਮ ਗਿਆਨ ਦੀ ਦਾਤ ਬਖਸ਼ ਦਿੱਤੀ। ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਮਾਤਾ ਦਾ ਅਗਿਆਨਤਾ ਦਾ ਜਿਹੜਾ ਪਰਦਾ ਸੀ ਉਹ ਦੂਰ ਕਰ ਦਿੱਤਾ ਸਤਿਗੁਰੂ ਨੇ। ਦ੍ਰਿੜ ਬੰਧਨ ਜਗ ਮਿਟ ਗਏ ਸੰਸਾਰ ਦੇ ਬੰਧਨ ਜਿਹੜੇ ਬੜੇ ਕਰੜੇ ਆ ਨਾ, ਬੜੇ ਦ੍ਰਿੜ ਪੱਕੇ ਆ, ਉਹ ਸਾਰੇ ਹੀ ਮਿਟ ਗਏ ਮਾਤਾ ਦੇ। ਭਈ ਜੋ ਨਿਰਵਾਨ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਤਿਕਾਰਯੋਗ ਮਾਤਾ ਤ੍ਰਿਪਤਾ ਜੀ ਉਹ ਮੁਕਤੀ ਦੇ ਲਾਇਕ ਹੋ ਗਏ, ਮੁਕਤੀ ਦੇ ਯੋਗ ਹੋ ਗਏ। ਇਉਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਮਾਤਾ ਜੀ ਨੂੰ ਬ੍ਰਹਮ ਗਿਆਨ ਦੀ ਦਾਤ ਬਖਸ਼ ਦਿੱਤੀ ਹੈ। ਅੱਗੇ ਜਿਵੇਂ ਪਿਤਾ ਜੀ ਨੂੰ ਬ੍ਰਹਮ ਗਿਆਨ ਦੀ ਦਾਤ ਬਖਸ਼ਣਗੇ, ਫਿਰ ਰਾਜੇ ਸ਼ਿਵਨਾਵ ਦੀ ਭਾਵਨਾ ਪੂਰੀ ਕਰਨ ਵਾਸਤੇ ਭਾਈ ਬਾਲਾ ਮਰਦਾਨਾ ਦੇ ਸੰਗ
ਸੰਗਲਾ ਦੀਪ ਜਾਣਗੇ। ਇਹ ਇਤਿਹਾਸ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸੁਣਾਂਗੇ। ਕਥਾ ਵਿਚਾਰਾਂ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਆਪ ਸਮੂਹ ਸੰਗਤਾਂ ਨੇ, ਵਿਦਵਾਨ ਸੱਜਣਾ ਨੇ ਖਿਮਾ ਬਖਸ਼ਣੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਨ, ਸਮੱਤ ਬਖਸ਼ਿਸ਼ ਕਰਨ, ਸੇਵਾ ਤੇ ਸਿਮਰਨ ਦੀ ਦਾਤ ਦੇ ਨਾਲ ਨਿਵਾਜਣ। ਦੇਹੋ ਸਜਣ ਅਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲਾ। ਕਿਰਪਾ ਦ੍ਰਿੜ ਕਰ ਬਚਨ ਸ਼ੁਭ, ਕਹਿ ਕਹਿ ਹਨ ਅਗਿਆਨ। ਦ੍ਰਿੜ ਬੰਧਨ ਜਗ ਮਿਟ ਗਏ, ਭਈ ਜੋਗ ਨਿਰਵਾਨ।